ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਕੋਈ ਸਿਆਸੀ ਮਾਹਰ ਹਮੀਤ ਸਿੰਘ ਜੀ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਮੁੱਦਿਆਂ ਦੇ ਉੱਤੇ। ਮੁੱਦੇ ਪੰਜਾਬ ਦੇ ਕੀ ਨੇ? ਅੱਜ ਜਦੋਂ ਮੁੱਖ ਮੰਤਰੀ ਦੀ ਦੌੜ ਲੱਗੀ ਹੋਈ ਹੈ, ਕੋਈ ਕਹਿੰਦਾ ਬਾਦਲ ਸਾਹਿਬ ਨੂੰ ਬਣਾ ਦਿਓ, ਕੋਈ ਕਹਿੰਦਾ ਚੰਨੀ ਸਾਹਿਬ ਨੂੰ ਬਣਾ ਦਿਓ, ਨਵਜੋਤ ਸਿੱਧੂ ਨੂੰ ਬਣਾ ਦਿਓ, ਜਾਂ ਕਹਿੰਦੇ ਕਿ ਕੇਜਰੀਵਾਲ ਆ ਕੇ ਬਣ ਜਾਵੇ ਜਾਂ ਭਗਵੰਤ ਮਾਨ ਬਣ ਜਾਵੇ। ਸਾਰੀਆਂ ਪਾਰਟੀਆਂ ਉਹਨਾਂ ਮੁੱਦਿਆਂ ਤੋਂ ਕਹਿ ਲਓ ਕਿ ਲੋਕਾਂ ਦੇ ਧਿਆਨ ਭਟਕਾ ਰਹੀਆਂ, ਜਿਨ੍ਹਾਂ ਦੇ ਉੱਤੇ ਸਿਆਸਤ ਅੱਗੇ ਵਧਣੀ ਚਾਹੀਦੀ ਹੈ, ਕਿਉਂਕਿ ਪੰਜਾਬ ਨੂੰ ਹੁਣ ਮੁੱਦੇ ਅਤੇ ਉਹਨਾਂ ਦੇ ਹੱਲ ਦੀ ਜ਼ਰੂਰਤ ਹੈ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਤ ਸਿੰਘ ਜੀ। ਸ਼ੁਕਰੀਆ ਜੀ। ਸ਼ੁਕਰੀਆ ਹਮੀਤ ਸਿੰਘ ਜੀ। ਮੈਂ ਪੜ੍ਹ ਰਿਹਾ ਸੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਨਸ਼ਿਆਂ ਨੂੰ ਫੈਲਾਇਆ ਜਾ ਰਿਹਾ ਹੈ, ਨਸ਼ੇ ਫੈਲ ਰਹੇ ਨੇ, ਨਸ਼ਿਆਂ ਦਾ ਕਾਰੋਬਾਰ ਚੱਲਦਾ ਜਾਂ ਤਸਕਰ ਜਿਹੜੇ ਕੰਮ ਕਰਦੇ ਨੇ, ਸਿਆਸੀ ਤੌਰ ਦੇ ਉੱਤੇ ਵੀ ਉਹਨਾਂ ਦੀਆਂ ਭਾਈਵਾਲੀਆਂ ਹੁੰਦੀਆਂ ਅੰਦਰ, ਉਸ ਉੱਤੇ ਲਗਾਤਾਰ ਜਿਹੜੀ ਸਿਆਸਤ ਹੈ ਉਹ ਕੋਈ ਵੀ ਉਸ ਢੰਗ ਨਾਲ ਨਹੀਂ ਕਰਦਾ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ। ਪਹਿਲਾਂ ਰੌਲਾ ਰੱਪਾ ਪਿਆ, ਸਿੱਧੂ ਸਾਹਿਬ ਨੇ ਕਾਫੀ ਚੱਕਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਪੰਜਾਬ ਦੇ ਵਿੱਚ ਨਸ਼ੇ ਫੈਲਦੇ ਨੇ, ਵੱਡੇ ਮਗਰਮੱਛਾਂ ਨੂੰ ਅੰਦਰ ਦੇਣਾ। ਪਰ ਸਵਾਲ ਇੱਥੇ ਇਹ ਆ ਕਿ ਆਖਿਰਕਾਰ ਨਸ਼ੇ ਫੈਲਾਏ ਕਿਉਂ ਜਾ ਰਹੇ ਨੇ? ਇਸ ਲਈ ਕਿ ਲੋਕ ਸਵਾਲ ਨਾ ਪੁੱਛਣ। ਸਵਾਲ ਪੁੱਛਣਗੇ ਤਾਂ ਸਿਆਸਤਦਾਨ ਨੰਗੇ ਹੁੰਦੇ ਨੇ। ਅਸਲ ਦੇ ਵਿੱਚ ਇਹ ਨਾਲ ਜੁੜਿਆ ਹੋਇਆ ਸਬਜੈਕਟ ਹੈ ਸਾਰਾ। ਜੇਕਰ ਨਸ਼ਿਆਂ ਦਾ ਜੇ ਆਪਾਂ ਮੁੱਦਾ ਦੇਖਦੇ ਤੇ 2014 ਤੋਂ ਹੀ ਉੱਭਰਦਾ ਆ ਰਿਹਾ ਬੜੇ ਵੱਡੇ ਪੱਧਰ ਤੇ। ਪਹਿਲੀ ਵਾਰ ਜਦੋਂ ਆਪ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਦੂਜੀਆਂ ਟ੍ਰੈਡੀਸ਼ਨਲ ਪਾਰਟੀ ਤੋਂ ਪਾਰਲੀਮੈਂਟ ਦੀ ਚੋਣ 'ਚ, ਉਦੋਂ ਇਹ ਬਹੁਤ ਬੜਾ ਮੁੱਦਾ ਸੀ। ਉਦੋਂ ਅਕਾਲੀ ਦਲ ਡਨਾਇਲ ਮੋਡਸ ਸੀ ਕਿ ਪੰਜਾਬ ਨੂੰ ਬਦਨਾਮ ਕਰ ਰਹੇ ਨੇ, ਜੇ ਨੇ ਵੋ ਨੇ। ਪਰ ਜਦੋਂ ਉਹਨਾਂ ਨੂੰ ਹਾਰ ਹੋਈ 14 'ਚ, ਫਿਰ ਇੱਕ SIT ਬਣਾਈ, ਫਿਰ ਬੜੇ ਵੱਡੇ ਪੱਧਰ ਤੇ ਫੜੇ ਵੀ ਗਏ ਬੰਦੇ, ਉਹਨਾਂ ਨੇ ਵੀ ਪਰਚੇ ਦਰਜ ਕੀਤੇ ਬਹੁਤ ਜ਼ਿਆਦਾ। ਤੇ ਫਿਰ ਇਹ ਆ ਕੇ ਉਦੋਂ ਬਾਅਦ 2017 ਦੀਆਂ ਚੋਣਾਂ 'ਚ ਵੀ ਵੱਡਾ ਮੁੱਦਾ ਸੀ ਨਸ਼ਾ, ਜਿਹਦੇ 'ਚ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਿਹਾ 4 ਹਫ਼ਤਿਆਂ ਦੇ ਵਿੱਚ ਅਸੀਂ ਲੱਕ ਤੋੜ ਦਿਆਂਗੇ, ਨਸ਼ਾ ਬੰਦ ਕਰ ਦਿਆਂਗੇ। ਤੇ ਫਿਰ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਵੀ ਰਿਹਾ ਲਗਾਤਾਰ ਕਿ ਇੰਨਾ ਲੰਬਾ ਸਮਾਂ ਹੋ ਗਿਆ, ਤੁਸੀਂ ਕੀ ਕੀਤਾ? ਉਹ ਤੱਥ ਦੇ ਦਿੰਦੇ ਸੀ। ਤੱਥ ਕੀ ਦਿੰਦੇ ਸੀ? ਕਿ ਪੁਲਿਸ ਨੇ ਇੰਨੀ ਹੈਰੋਇਨ ਫੜ ਲਈ, ਇੰਨੇ ਛਾਪੇ ਮਾਰੇ ਗਏ, ਇੰਨੇ ਬੰਦਿਆਂ ਤੇ ਪਰਚੇ ਦਰਜ ਹੋ ਗਏ, 70,000 ਤੇ ਪਰਚਾ ਦਰਜ ਕਰਤਾ, ਜੇ ਉਹ। ਇਹਦਾ ਮਤਲਬ ਕੀ ਹੈ? ਇੱਕ ਗੱਲ ਤਾਂ ਉਹਦੇ ਨਾਲ ਸਾਬਤ ਹੁੰਦੀ ਸੀ ਕਿ ਜੇ ਤੁਸੀਂ 70,000 ਤੇ ਜਾਂ ਇੰਨੇ ਤੇ ਪਰਚੇ ਦਰਜ ਕਰਤੇ, ਇਹਦਾ ਮਤਲਬ ਨਸ਼ੇ ਦਾ ਲੈਵਲ ਕਿੱਥੇ ਪਹੁੰਚ ਗਿਆ, ਕਿੰਨੇ ਬੰਦੇ ਨਸ਼ਾ ਵੇਚ ਰਹੇ ਨੇ ਤੁਹਾਡੇ ਮੁਤਾਬਕ। ਹਾਲਾਂਕਿ ਉਹਦੇ ਵਿੱਚ ਬਹੁਤੇ ਬੰਦੇ ਇਹੋ ਜਿਹੇ ਸੀ ਜਿਹੜੇ ਖਾਣ ਖੂਨ ਲੱਤ ਤੇ ਲਾਗੇ ਵਿਚਾਰੇ ਕੀ ਕਰਦੇ ਸੀ, ਉਹ ਕੀ ਕਰਦੇ ਨਾ, ਕੰਪਨੀਆਂ ਦੀ ਤਰ੍ਹਾਂ ਬਾਅਦ ਦੇ ਵਿੱਚ ਵਰਤਦੇ ਨੇ ਉਹਨਾਂ ਨੂੰ ਵੀ ਤੇਰੇ ਕੋਲ ਪੈਸਾ ਨਹੀਂ ਹੈ, ਲੈ 2 ਨੂੰ ਹੋਰ ਲਾ, ਤੈਨੂੰ ਫ੍ਰੀ ਦੇ ਦਾਂਗੇ, 2 ਨਵੇਂ ਲਿਆ, ਨਸ਼ੇ ਦੇ ਗਾਹਕ ਲਿਆ, ਤੈਨੂੰ ਫ੍ਰੀ ਦੇ ਦਾਂਗੇ। ਇਸ ਤਰੀਕੇ ਦੇ ਬੰਦਿਆਂ ਨੂੰ ਫੜ ਅੰਦਰ ਕਰਤਾ। ਪਰ ਜਿਹੜੇ ਨਸ਼ੇ ਦੀ ਤਸਕਰ ਸੀ ਅਸਲ 'ਚ ਵੱਡੇ, ਜਿਹਦਾ ਰੌਲਾ ਪੈਂਦਾ ਰਿਹਾ ਮਗਰਮੱਛ ਦੇ ਤੌਰ ਤੇ ਵੀ ਕੋਈ ਅੰਦਰ ਨਹੀਂ ਆਇਆ, ਕੋਈ ਫੜਿਆ ਨਹੀਂ ਗਿਆ, ਸਾਰਾ ਇੱਕ ਨੈਕਸਸ ਚੱਲਦਾ। ਹੁਣ ਅੱਜ ਤੱਕ ਵੀ ਇਹ ਤਾਂ ਕਿਸੇ ਨੇ ਨਹੀਂ ਦਿਖਾਇਆ ਕਿ ਕੀ ਉਹ ਨੈਕਸਸ ਟੁੱਟ ਗਿਆ, ਇਹਦੇ 'ਚ ਕਿੰਨੇ ਪੁਲਿਸ ਅਫਸਰ ਸੀ। ਜੇ ਤੁਸੀਂ ਕਹਿੰਦੇ ਹੋ ਮਾਫੀਆ ਗੱਠਜੋੜ ਹੈ, ਪਹਿਲਾਂ ਲੋਕਾਂ ਦੇ ਸਾਹਮਣੇ ਇੱਕ ਤਸਵੀਰ ਲਿਆਓਗੇ। ਤਸਵੀਰ ਕੀ ਲਿਆਓਗੇ? ਕਿ ਆਹ ਜਾਂਚ ਦੇ ਦੌਰਾਨ ਪੁਲਿਸ ਅਫਸਰ ਪਾਏ ਗਏ ਨੇ ਜਿਹੜੇ ਇਸ ਮਾਫੀਆ ਦਾ ਹਿੱਸਾ ਸੀ, ਆਹ ਸਿਆਸਤਦਾਨ ਪਾਏ ਗਏ ਨੇ ਜਿਹੜਾ ਇਹਦਾ ਹਿੱਸਾ ਸੀ, ਤੇ ਆਹ ਤਸਕਰ ਨੇ ਜਿਨ੍ਹਾਂ ਨੂੰ ਇਹਨਾਂ ਤੋਂ ਡਾਇਰੈਕਟ ਫਾਇਦਾ ਹੁੰਦਾ ਹੈ। ਕੋਈ ਲੋਕਾਂ ਦੇ ਸਾਹਮਣੇ ਇੱਕ ਜਾਂਚ ਰਿਪੋਰਟ, ਇੱਕ ਤਸਵੀਰ ਤਾਂ ਆਵੇ ਨਾ। ਕਿੰਨੇ ਬੰਦਿਆਂ ਦਾ? ਇਹ ਕੱਲੀ ਸਿਆਸਤ ਦਾ ਕੁਐਸਚਨ ਨਹੀਂ ਕਿ ਇੱਕ ਬੰਦੇ ਨੂੰ ਇੱਧਰ ਉੱਧਰ, 2 ਨੂੰ ਇੱਧਰ ਉੱਧਰ ਕਰਕੇ ਤੁਸੀਂ ਇਹ ਕਰ ਦੋਗੇ ਕਿ ਇਹਨੂੰ ਨਿਬੇੜ ਦੋ ਕੰਮ ਬਸ। ਜੇ ਤੁਸੀਂ ਇਮਾਨਦਾਰੀ ਨਾਲ ਇਹ ਸੋਚਦੀ ਹੈ ਸਟੇਟ ਕਿ ਇਹ ਸਾਡੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੀ ਹੈ, ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਨੇ, ਟੀਕਾ ਲਾ ਕੇ ਕਿੰਨੇ ਘਰਾਂ ਦੇ ਨੌਜਵਾਨ ਪੁੱਤ ਜਿਹੜੇ ਨੇ ਉਹ ਮਰ ਰਹੇ ਨੇ, ਤੇ ਘਰਾਂ ਦੇ ਸਾਰੇ ਭਵਿੱਖ ਦੇ ਸਾਹਮਣੇ ਹਨੇਰਾ ਆ ਜਾਂਦਾ। ਜੇ ਇੰਨੀ ਚਿੰਤਾ ਦਾ ਜਿਹੜਾ ਸਵਾਲ ਹੈ, ਤਾਂ ਸਭ ਤੋਂ ਪਹਿਲਾਂ ਉਹਦੇ ਜਿਹੜੇ ਵਿੱਚ ਸ਼ਾਮਲ ਲੋਕ ਨੇ ਉਹਨਾਂ ਦੀ ਕੋਈ ਸੂਚੀ, ਉਹਨਾਂ ਦੀ ਕੋਈ ਲਿਸਟ, ਉਹਨਾਂ ਦੀ ਕੋਈ ਚੀਜ਼ ਤਾਂ ਤਿਆਰ ਹੋਵੇ ਨਾ ਤੁਹਾਡੇ ਸਾਹਮਣੇ। ਬਿਲਕੁਲ। ਨਾ ਕੇਵਲ ਲਿਸਟ ਉੱਪਰ ਸਟੇਟ ਲੈਵਲ ਤੇ, ਬਲਕਿ ਜ਼ਿਲ੍ਹਿਆਂ ਔਰ ਪਿੰਡਾਂ 'ਚ ਵੀ। ਈਵਨ ਲੋਕਾਂ ਨੂੰ ਪਿੰਡਾਂ ਦੇ ਪੱਧਰ ਤੇ ਪਤਾ, ਗਲੀਆਂ ਮੁਹੱਲਿਆਂ ਦੇ ਪੱਧਰ ਤੇ ਪਤਾ ਕਿ ਕੌਣ ਕੌਣ ਬੰਦੇ ਨੇ। ਜਦੋਂ ਸ਼ਿਕਾਇਤ ਕਰਨ ਜਾਂਦੇ ਨੇ ਪੁਲਿਸ 'ਚ, ਪੁਲਿਸ ਉਲਟਾ ਉਹਨਾਂ ਨੂੰ ਦੱਸ ਦਿੰਦੀ ਹੈ, ਉਹ ਧਮਕਾਉਂਦੇ ਨੇ ਫਿਰ ਕਿ ਤੁਸੀਂ ਕੀ ਕਰਦੇ ਹੋ, ਤੁਸੀਂ ਇਕੱਲੇ ਕੀ ਹੋ, ਇਕੱਲਾ ਬੰਦਾ ਡਰ ਜਾਂਦਾ। ਇਹਦੇ 'ਚ ਇਹ ਲੱਗਦਾ ਕਿ ਸਾਰੀ ਸਿਆਸਤ ਜਿਹੜੀ ਹੈ ਸਾਡੀ ਮੇਨ ਸਟ੍ਰੀਮ ਸਾਡੇ ਸਾਹਮਣੇ ਹੈ, ਤੇ ਪੁਲਿਸ ਉਹ ਸਾਰੇ ਮਿਲੇ ਹੋਏ ਬੰਦੇ ਨੇ। ਅਜੇ ਤੱਕ ਵੀ ਉਹ ਨਹੀਂ ਤੋੜਨਾ ਚਾਹੁੰਦੇ ਦਿਮਾਗੀ ਤੌਰ ਤੇ ਇਸ ਗ੍ਰਿਪ ਨੂੰ, ਇਸ ਮਾਫੀਏ ਨੂੰ, ਇਸ ਗੱਠਜੋੜ ਨੂੰ। ਜੇ ਗੱਠਜੋੜ ਨੂੰ ਈਜੀ ਮਨੀ ਹੈ, ਪੈਸਾ ਬਹੁਤ ਮਿਲਦਾ ਹੈ, ਇੱਕ ਤਾਂ ਇਹ ਤਰੀਕਾ ਜਿਹੜਾ ਸਾਹਮਣੇ ਨਹੀਂ ਆ ਰਿਹਾ ਉਸ ਪੱਧਰ ਦੇ ਉੱਤੇ।
ਦੂਜੀ ਗੱਲ ਇਹ ਹੈ ਕਿ ਲਗਾਤਾਰ ਜਦੋਂ ਰੌਲਾ ਵੀ ਪਿਆ ਆਪਸ ਦੇ ਵਿੱਚ, ਉਹਨੂੰ ਤੁਸੀਂ ਪੰਚਾਇਤੀ ਤੌਰ ਤੇ ਹੱਲ ਕਰਾਉਣ ਦੀ ਟਰਾਈ ਕੀਤੀ, ਕਿਉਂਕਿ ਕਈ ਗੱਲਾਂ ਝਗੜੇ ਚੋਂ ਵੀ ਬਾਹਰ ਆ ਜਾਂਦੀਆਂ ਨੇ। ਜਦੋਂ ਤੁਸੀਂ ਇੱਕ ਦੂਜੇ ਤੇ ਦੂਸ਼ਣ ਲਾਉਂਦੇ ਹੋ ਤਾਂ ਲੋਕਾਂ ਦੇ ਸਾਹਮਣੇ ਆ ਜਾਂਦੀਆਂ ਨੇ, ਤੇ ਤੁਸੀਂ ਫਿਰ ਕਹਿੰਦੇ ਹੋ ਇਹਨੂੰ ਝਗੜੇ 'ਚ ਵੀ ਨਾ ਲਾਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹੁਣ ਜਿੰਨਾ ਚਿਰ ਉਹ ਗੱਠਜੋੜ ਬਰਕਰਾਰ ਹੈ, ਜਿੰਨਾ ਚਿਰ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਹੁੰਦੀ, ਜਿੰਨਾ ਚਿਰ ਲਿਸਟਾਂ ਜਨਤਕ ਨਹੀਂ ਹੁੰਦੀਆਂ, ਉਹਨਾਂ ਚਿਰ ਉਹਨਾਂ ਦੀ ਪਛਾਣ ਹੋ ਕੇ ਉਹ ਉਹਨਾਂ ਖਿਲਾਫ ਕਾਰਵਾਈ ਕਿਵੇਂ ਹੋਏਗੀ। ਦੂਜੀ ਗੱਲ ਇਹ ਹੈ ਕਿ ਕੇਵਲ ਉੱਥੇ ਤੱਕ ਸੀਮਤ ਗੱਲ ਨਹੀਂ ਹੈ। ਜਿੰਨੇ ਬੰਦੇ ਤੁਸੀਂ ਇਹ ਕਿਹਾ ਸੀ ਕਿ ਕੱਲਾ ਇੱਕ, ਠੀਕ ਹੈ, ਉਹ ਪੁਲਿਸ ਦਾ ਇੱਕ ਐਂਗਲ ਹੈ। ਦੂਜਾ ਐਂਗਲ ਇਹ ਵੀ ਹੈ ਵੀ ਜਿਹੜੇ ਨਸ਼ੇ ਤੇ ਲੱਗੇ ਨੇ ਜੀ, ਉਹਨਾਂ ਨੂੰ ਹਟਾਉਣ ਦੇ ਲਈ ਤੁਸੀਂ ਕੀ ਮਤਲਬ ਕੋਸ਼ਿਸ਼ਾਂ ਕਰ ਰਹੇ ਹੋ? ਕਿੰਨੇ ਬੰਦੇ ਤੁਸੀਂ ਹੁਣ ਤੱਕ ਹਟਾਤੇ, ਕਿੰਨੇ ਬੰਦੇ ਦੇ ਟ੍ਰੀਟ ਕਰਤੇ, ਕੀ ਉਹ ਉਦੋਂ ਬਾਅਦ ਕੀ ਕਰ ਰਹੇ ਨੇ? ਹੁਣ ਤੁਹਾਡੇ ਕੋਲ ਕੀ ਹੈ? ਜਦੋਂ ਤੁਸੀਂ ਪੋਜ਼ਿਟਿਵ ਹਾਂ ਪੱਖੀ ਸਟੋਰੀਆਂ ਵੀ ਦੱਸੋਗੇ ਤਾਂ ਵੀ ਲੋਕਾਂ ਨੂੰ ਫਰਕ ਪੈਂਦਾ, ਹੋਰ ਬੱਚਿਆਂ ਨੂੰ ਵੀ ਲੱਗਦਾ ਵੀ ਹਾਂ ਛੱਡਿਆ ਜਾ ਸਕਦਾ ਨਸ਼ਾ, ਕੋਈ ਇਹੋ ਜਿਹੀ ਗੱਲ ਨਹੀਂ, ਉਹਦਾ ਸਮਾਜ 'ਚ ਇੱਜ਼ਤਮਾਨ ਬਣਦੀ ਹੈ ਮੁੜ ਕੇ। ਤੇ ਤੀਜੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਦੇ ਮੁੜ ਵਸੇਬੇ ਦਾ ਕਰਨਾ, ਉਹਦਾ ਰੀਹੈਬਿਲਿਟੇਸ਼ਨ। ਜਿਹੜੇ ਕਾਰਨਾਂ 'ਚ ਫਸ ਕੇ ਉਹ ਨਸ਼ਿਆਂ 'ਚ ਲੱਗਦੇ ਨੇ, ਉਹ ਕਾਰਨ ਦੂਰ ਕਰਨੇ ਹੁੰਦੇ ਨੇ, ਤੇ ਉਹ ਕਾਰਨ ਦੂਰ ਕਰਕੇ ਤਾਂ ਕਿ ਬੰਦਾ ਆਮ ਸਧਾਰਨ ਜ਼ਿੰਦਗੀ ਜਿਉ ਸਕੇ। ਇਹਦਾ ਖਾਕਾ ਕਿੱਥੇ ਹੈ ਤੁਹਾਡੇ ਕੋਲ? ਇਹਦੇ ਲਈ ਕਿੱਥੇ ਬਣਾਈਆਂ ਉਹ ਕਮੇਟੀਆਂ ਨੇ ਜਿਹੜੀਆਂ ਮਲਟੀ ਡਿਸਪਲਿਨਰੀ ਕਮੇਟੀਆਂ ਆਪਾਂ ਕਹਿੰਦੇ ਆ ਨਾ, ਕਿ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਕਮੇਟੀਆਂ ਬਣਦੀਆਂ ਨੇ, ਜਿਹੜੀਆਂ ਸਾਂਝੀਆਂ ਨੇ, ਜਿਹੜੀਆਂ ਲਗਾਤਾਰ ਮੀਟਿੰਗਾਂ ਕਰਦੀਆਂ ਨੇ, ਲਗਾਤਾਰ ਲੋਕਾਂ ਨਾਲ ਵਿਚਾਰ ਵਟਾਂਦਰੇ ਕਰਦੀਆਂ ਨੇ। ਤੁਸੀਂ ਇਹਦੇ ਤੋਂ ਬਿਲਕੁਲ ਹੀ ਦੂਰ ਰੱਖਿਆ ਹੋਇਆ ਲੋਕਾਂ ਨੂੰ। ਲੋਕਾਂ 'ਚ ਤਾਂ ਕੋਈ ਇਹੋ ਜਿਹੀ ਕਮੇਟੀ ਸਿਸਟਮ ਚਰਚਾ 'ਚ ਨਹੀਂ ਹੈ ਜਿਹੜੀ ਕੋਈ ਰਣਨੀਤੀ ਬਣਾਵੇ ਓਵਰਆਲ ਕਿ ਆਹ ਸਾਡੀ ਟੋਟਲ ਰਣਨੀਤੀ ਹੈ, ਇਹਦੇ ਤਹਿਤ ਅਸੀਂ ਆਹ ਕੰਮ ਕਰ ਰਹੇ ਹਾਂ। ਉਹਦੇ 'ਚ ਸੋਸ਼ਲ ਸੰਸਥਾਵਾਂ ਦਾ ਕੀ ਰੋਲ ਹੋਏਗਾ, ਗੈਰ ਸਰਕਾਰੀ ਜਥੇਬੰਦੀਆਂ ਦੀ ਭੂਮਿਕਾ, ਪੰਚਾਇਤੀ ਰਾਜ ਦੀ, ਸ਼ਹਿਰਾਂ ਦੀਆਂ ਚੁਣੀਆਂ ਹੋਈਆਂ ਬਾਡੀਜ਼ ਦੀ, ਉਹ ਸਭ ਨੂੰ ਜੇਕਰ ਸ਼ਾਮਲ ਕਰਕੇ ਕੁਝ ਕਰੋਗੇ ਤਾਂ ਉਹਦਾ ਕੇਵਲ ਵੋਟ ਦਾ ਕਾਰਨ ਰਹਿ ਗਿਆ ਵੀ ਇਹਨੇ ਨਸ਼ਾ ਲਾਇਆ ਮੈਨੂੰ ਵੋਟ ਦੇ ਦਿਓ। ਹੁਣ ਐਤਕੀ ਚੱਲਦੇ ਚੱਲਦੇ ਕੇਵਲ ਇੰਨਾ ਹੀ ਹੋ ਗਿਆ ਕਿ ਜਿਵੇਂ ਹੁੰਦਾ ਹੀ ਨਹੀਂ ਨਸ਼ਾ, ਨਸ਼ਾ ਕੋਈ ਕਾਰਨ ਹੀ ਨਹੀਂ ਹੁੰਦਾ, ਕੋਈ ਬਹੁਤ ਬੜੀ ਗੱਲ ਹੀ ਨਹੀਂ ਹੁੰਦੀ, ਚਲੋ ਜੀ ਨਾਰਮਲ ਗੱਲ ਹੋਊਗੀ। ਔਰ ਨੋ ਨਾਰਮਲ ਇਹਦਾ ਮਤਲਬ ਇਹ ਹੈ ਕਿ ਐਤਕੀ ਹੋਰ ਕੋਈ ਤਰੀਕਾ ਵਰਤੋ। ਐਤਕੀ ਦੇ ਤਰੀਕੇ ਫਿਰ ਕੀ ਨੇ? ਐਤਕੀ ਦੇ ਤਰੀਕੇ ਨੇ ਕੇਵਲ ਤੇ ਕੇਵਲ ਸੱਤਾ ਹਾਸਲ ਕਰਨ ਲਈ ਕੁਝ ਰਿਆਇਤਾਂ ਲੋਕਾਂ ਦੇ ਸਾਹਮਣੇ ਪੇਸ਼ ਕਰੋ। ਮੈਂ ਤੁਹਾਨੂੰ ਕੀ ਦਿਆਂਗਾ, ਮੈਂ 1000 ਰੁਪਈਆ ਦਾਂਗਾ, 2000 ਦਿਆਂਗਾ, ਕਦੇ ਲੈਪਟਾਪ ਦਿੰਦੇ ਸੀ, ਹੁਣ ਸਕੂਟਰੀ ਆ ਗਈ, ਕਦੇ ਕੁਝ ਹੋਰ ਹੋਏਗਾ। ਮਤਲਬ ਲੋਕਾਂ ਨੂੰ ਤੁਸੀਂ ਉਸ ਕਰਕੇ ਕਰ ਰਹੇ ਹੋ। ਇਸੇ ਤਰ੍ਹਾਂ ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਸੀ ਪਿਛਲੀ ਇਲੈਕਸ਼ਨ 'ਚ, ਐਤਕੀ ਦਿਖਾਈ ਦੇ ਰਹੀ ਹੈ ਕਿਤੇ ਘਰ ਘਰ ਰੋਜ਼ਗਾਰ ਦੀ ਗੱਲ? ਜਾਂ ਇਹਦਾ ਕੋਈ ਲੇਖਾ ਜੋਖਾ ਤਾਂ ਹੋਵੇ ਵੀ ਜੇ ਨਹੀਂ ਦਿੱਤਾ ਗਿਆ ਤਾਂ ਉਹ ਕਿਉਂ ਨਹੀਂ ਦਿੱਤਾ ਗਿਆ, ਉਹਦੇ ਕਾਰਨ ਕੀ ਨੇ? ਜੇ ਅੱਗੇ ਨੂੰ ਅਸੀਂ ਵਾਅਦਾ ਕਰਦੇ ਹਾਂ ਤੇ ਅੱਗੇ ਨੂੰ ਦੇਵਾਂਗੇ ਕਿਵੇਂ, ਉਹਦਾ ਤਰੀਕਾਕਾਰ ਕੀ ਹੋਏਗਾ? ਉਹ ਸਾਰੀਆਂ ਚੀਜ਼ਾਂ ਨੂੰ ਜਿੰਨਾ ਚਿਰ ਵੱਡੇ ਪੱਧਰ ਤੇ ਉਹਦੇ ਤੇ ਸੰਵਾਦ, ਉਹਦੇ 'ਚ ਜਨਤਕ ਚਰਚਾ ਨਹੀਂ ਹੁੰਦੀ, ਉਹਨਾਂ ਚਿਰ ਨਹੀਂ। ਸਾਡੇ ਚਰਚਾ ਕਾਹਦੇ ਤੇ ਹੋ ਰਹੀ ਹੈ? ਚਰਚਾ ਹੋ ਰਹੀ ਹੈ ਨਵਜੋਤ ਸਿੱਧੂ ਚੀਫ ਮਿਨਿਸਟਰ ਜਾਂ ਚੰਨੀ ਚੀਫ ਮਿਨਿਸਟਰ। ਚਲੋ ਉਹ ਵੀ ਨਿਬੜ ਗਈ ਇੱਕ ਵਾਰੀ ਕੱਲ। ਹੁਣ ਨਵੀਂ ਚਰਚਾ ਹੋ ਰਹੀ ਹੈ ਨਵਜੋਤ ਸਿੱਧੂ ਪਾਰਟੀ 'ਚ ਰਹੂਗਾ ਜਾਂ ਨਹੀਂ ਰਹੂਗਾ, ਉਹ ਪ੍ਰਚਾਰ ਪੰਜਾਬ 'ਚ ਕਰੂਗਾ ਜਾਂ ਨਹੀਂ ਕਰੂਗਾ, ਜਾਂ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਜਿੱਤੂਗਾ, ਕਿਹੜਾ ਬਾਜੀ ਮਾਰੂਗਾ, ਵੱਡੇ ਤਰ੍ਹਾਂ ਲੜਨ ਲੱਗ ਗਏ, ਫਲਾਨਾ ਹੋ ਗਿਆ। ਸਾਡਾ ਸਾਰਾ ਮਾਨਸਿਕਤਾ ਜਿਹੜੀ ਸਾਡੀ ਸੱਥਾ ਤੋਂ ਲੈ ਕੇ ਟੀਵੀ ਚੈਨਲਾਂ ਤੱਕ, ਅਖਬਾਰਾਂ ਤੋਂ ਲੈ ਕੇ ਸਾਰੇ ਜਿਹੜੇ ਆਰਟੀਕਲਾਂ ਤੱਕ, ਉਹ ਕੀ ਕਰਨ ਲੱਗ ਗਏ? ਅਸੀਂ ਫੋਕਸ ਬੰਦਿਆਂ ਤੇ ਕਰਨ ਲੱਗ ਗਏ। ਅਸੀਂ ਮੁੱਦੇ ਤੇ, ਏਜੰਡੇ ਤੇ, ਵਿਚਾਰਧਾਰਾ ਤੇ, ਵਿਚਾਰਧਾਰਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ, ਅਸੀਂ ਤਾਂ ਮੁੱਦਿਆਂ ਤੇ ਗੱਲ ਕਰਨੋਂ ਵੀ ਹਟ ਗਏ ਕਿ ਕਿਹੜੇ ਮੁੱਦੇ ਤੇ ਕੀ ਵਿਚਾਰ ਕਿਸ ਲੈਵਲ ਦਾ ਹੋਣਾ ਚਾਹੀਦਾ। ਕੀ ਬੰਦਾ ਕੋਈ ਵੀ ਲਿਆ ਕੇ ਇੱਕ ਬੰਦਾ ਚੰਗਾ ਲੈ ਆਓ, ਉਹਦੇ ਨਾਲ ਚੀਜ਼ਾਂ ਹੱਲ ਹੋ ਜਾਂਦੀਆਂ ਨੇ ਇਕੱਲੇ ਬੰਦਿਆਂ ਦੇ ਨਾਲ। ਬਿਲਕੁਲ। ਜੇ ਬੰਦਾ ਇੱਕ ਨਹੀਂ ਕਰ ਸਕਦਾ, ਜਦੋਂ ਢਾਂਚਾ ਵਿਗੜ ਜੇ, ਤੁਹਾਡੇ ਕੋਲ ਇੱਕ ਕਹਿ ਦੋ ਜੀ ਮੈਂ ਉੱਪਰ ਡੀਜੀਪੀ ਚੰਗਾ ਲਾਤਾ ਜੀ, ਮੈਂ ਇੱਕ ਅਫਸਰ ਚੰਗਾ ਲਾਤਾ, ਉਹ ਜੇ ਹੇਠਾਂ ਸਾਰਾ ਕਿਰਦਾਰ ਉਸੇ ਟਾਈਪ ਦਾ ਉਹ ਮਿਲੀ ਭੁਗਤ ਕਰੀ ਗਿਆ, ਉਹ ਬੈਠਾ ਕੀ ਕਰੀ ਜਾਊਗਾ ਇਕੱਲਾ ਬੰਦਾ? ਬਿਲਕੁਲ। ਇੱਕ ਬੰਦੇ ਦਾ ਕੁਐਸਚਨ ਨਹੀਂ, ਬੰਦਾ ਜ਼ਰੂਰੀ ਹੈ, ਉਹਦਾ ਇੱਕ ਰੋਲ ਹੁੰਦਾ ਹੈ, ਜਿਵੇਂ ਟੀਮ ਦੇ ਕੈਪਟਨ ਦਾ ਇੱਕ ਰੋਲ ਹੁੰਦਾ ਹੈ। ਪਰ ਕੱਲਾ ਕੈਪਟਨ ਕਹੇ ਕਿ ਮੈਂ ਸਾਰਾ ਮੈਚ ਜਿਤਾ ਦੂੰਗਾ, ਮੈਨੂੰ ਉਹ ਬਣਾ ਦੋ। ਇਸੇ ਲਈ ਇਹ ਚੀਜ਼ ਹੈ ਜਿਹੜਾ ਚੀਫ ਮਿਨਿਸਟਰ ਬਣਾਉਣ ਦੇ ਕੁਐਸਚਨ ਨੇ ਨਾ, ਚੰਗਾ ਚੀਫ ਮਿਨਿਸਟਰ ਬਣਾ ਦੋ ਜਾਂ ਇਹੋ ਜਿਹਾ ਮਾੜਾ ਬਣਾ ਦੋ ਜਾਂ ਇਹੋ ਜਿਹਾ ਬਣਾ ਦੋ, ਉਹਦੇ ਨਾਲ ਬਹੁਤ ਚੀਜ਼ਾਂ ਹੱਲ ਹੋ ਜਾਣਗੀਆਂ। ਜਿੰਨਾ ਚਿਰ ਢਾਂਚੇ ਤੇ ਗੱਲ ਨਹੀਂ ਹੁੰਦੀ ਕਿ ਢਾਂਚੇ ਦੀ ਇੰਪਰੂਵਮੈਂਟ ਕੀ ਹੈ ਔਰ ਇਹਦੇ 'ਚ ਸੁਧਾਰ ਕਿਵੇਂ ਆਉਣਾ ਹੈ, ਉਹ ਸੁਧਾਰ ਤਾਕਤਾਂ ਕਿਵੇਂ ਵੰਡੀਆਂ ਜਾਣਗੀਆਂ, ਕਿਵੇਂ ਤਾਕਤਾਂ ਦੇ ਵਖਰੇਵੇਂ ਹੋਣਗੇ।
ਆਪਣੀਆਂ ਸੰਸਥਾਵਾਂ ਲੋਕਾਂ ਨੂੰ ਵੀ ਨਾਲ ਲੈਣਾ ਪੈਂਦਾ। ਸਾਫ ਤੌਰ ਤੇ ਨਸ਼ੇ ਦੀ ਗੱਲ ਆਪਾਂ ਕਰੀਏ ਜੀ, ਜਨਤਕ ਤੌਰ ਤੇ ਜਿੰਨਾ ਚਿਰ ਲੋਕ ਇਹਦੇ ਖਿਲਾਫ ਖੜਿਆ ਨਹੀਂ ਹੁੰਦੇ, ਜਨਤਕ ਪੱਧਰ ਤੇ ਕਿ ਅਸੀਂ ਖੜੇ ਆ ਨਸ਼ੇ ਦੇ ਖਿਲਾਫ, ਜਿਹੜਾ ਵੀ ਇਹਨੂੰ ਵਿਕਵਾਊਗਾ ਉਹਦੇ ਖਿਲਾਫ ਵੀ ਬਾਕੀ ਵੀ ਇੱਕ ਮੁਹਿੰਮ ਨਹੀਂ ਚੱਲਦੀ, ਉਹਦੇ ਨਾਲ ਇਹ ਠੀਕ ਨਹੀਂ ਹੋਣਾ। ਜਿਵੇਂ ਤੁਸੀਂ ਦੇਖੋ ਕਿ ਸ਼ਰਾਬ ਹੈ, ਸ਼ਰਾਬ ਨਸ਼ਾ ਹੈ ਜਾਂ ਨਹੀਂ, ਬੋਤਲ ਤੇ ਤਾਂ ਲਿਖ ਕੇ ਆਉਂਦਾ ਨਾ ਕਿ ਸਿਹਤ ਲਈ ਹਾਨੀਕਾਰਕ ਹੈ। ਜੇ ਬੋਤਲ ਤੇ ਲਿਖ ਕੇ ਆਉਂਦਾ ਹੈ ਤਾਂ ਇਹਦਾ ਮਤਲਬ ਸ਼ਰਾਬ ਹਾਨੀਕਾਰਕ ਤਾਂ ਹੈ। ਬਿਲਕੁਲ। ਪਰ ਸਮਾਜਿਕ ਤੌਰ ਤੇ ਪੰਜਾਬ ਦੇ ਸਮਾਜ ਦੇ ਵਿੱਚ ਅਸੀਂ ਸਾਰੇ ਪੈਲਸਾਂ 'ਚ ਜਿੱਥੇ ਮਰਜ਼ੀ ਜਾਓ, ਵਿਆਹਾਂ ਦੇ ਵਿੱਚ ਟਰੇਆਂ ਦੇ ਵਿੱਚ ਰੱਖ ਕੇ ਜਿਹੜੀ ਲਗਾਤਾਰ ਵਰਤਾਈ ਜਾ ਰਹੀ ਹੈ, ਜਿੰਨੀ ਮਰਜ਼ੀ ਪੀਓ, ਜਿੰਨੇ ਮਰਜ਼ੀ ਆਊਟ ਹੋਵੋ, ਜੋ ਮਰਜ਼ੀ ਕਰੋ, ਤੇ ਸਮਾਜ ਨੇ ਇਹਨੂੰ ਮਾਨਤਾ ਦਿੱਤੀ ਹੋਈ ਹੈ ਕਿ ਇਹ ਨਸ਼ਾ ਕੋਈ ਗੱਲ ਨਹੀਂ। ਤੇ ਜੇ ਇੱਕ ਨਸ਼ਾ ਕੋਈ ਗੱਲ ਨਹੀਂ ਤਾਂ ਅਗਲੇ ਨਸ਼ੇ ਤੱਕ ਵੀ ਹੌਲੀ ਹੌਲੀ ਮਾਨਤਾ ਚਲੀ ਜਾਂਦੀ ਹੈ। ਇਹ ਸਮਾਜਿਕ ਮਾਨਤਾ ਹੈ। ਸ਼ਰਾਬ ਬੰਦ ਕਰ ਦੋ ਜਾਂ ਕੋਈ ਨਸ਼ਾ ਟੋਟਲੀ ਬੰਦ ਕਰ ਦੋ, ਬੈਨ ਕਰ ਦੋ, ਇਹ ਕੋਈ ਹਾਲਾਂਕਿ ਤਰੀਕਾ ਨਹੀਂ ਹੈ, ਪਰ ਸਮਾਜ ਦੀ ਸੋਝੀ ਦਾ ਮਾਮਲਾ ਹੈ। ਜੇ ਸਮਾਜ ਵਰਤਾਤ ਇਹ ਕਰੇ ਲਗਾਤਾਰ, ਜੇ ਸਮਾਜ ਚਰਚਾ ਲਗਾਤਾਰ ਇਹ ਕਰੇ ਵੀ ਯਾਰ ਜਿਹੜਾ ਪੀਂਦਾ ਵੀ ਉਹ ਛੁਪ ਛੁਪਾ ਕੇ ਪੀਂਦਾ, ਕੋਈ ਨਹੀਂ, ਆਲੇ ਦੁਆਲੇ ਬੈਠ ਕੇ ਪੀਂਦਾ। ਅੱਗੇ ਵੀ ਲੋਕ ਸ਼ਰਾਬ ਪੀਂਦੇ ਸੀ, ਪਰ ਉਹ ਸ਼ਰਾਬ 'ਚ ਕੀ ਸੀ ਵੀ ਜੇ ਬਜ਼ੁਰਗ ਆ ਗਿਆ ਤਾਂ ਨੌਜਵਾਨ ਮੁੰਡੇ ਪਰਾਂ ਹੋ ਜਾਂਦੇ ਸੀ ਕਿ ਬਾਪੂ ਆ ਗਿਆ, ਰਹਿਣ ਦੋ ਯਾਰ, ਸਾਹਮਣੇ ਨਹੀਂ ਪੀਣੀ। ਜਾਂ ਇਹ ਵੀ ਕੋਈ ਅੱਗੇ ਕਰਦੇ ਸੀ, ਬਰਾਤਾਂ ਜਾਂਦੀਆਂ ਸੀ, ਉਹ ਚਾਰ ਚਾਰ ਬੰਦਿਆਂ ਨੂੰ ਇੱਕ ਇੱਕ ਬੋਤਲ ਫੜਾ ਦਿੰਦੇ ਵੀ ਇੱਧਰ ਬੈਠ ਕੇ ਜਿੱਥੇ ਮਰਜ਼ੀ ਪੀ ਲਓ ਤੁਸੀਂ। ਪਰ ਆ ਜਿਹੜਾ ਜਨਤਕ ਵਿਵਹਾਰ ਦਾ ਜਿਹੜਾ ਮੁਜ਼ਾਹਰਾ ਕਰਨਾ ਹੈ, ਕਿਹੜਾ ਬ੍ਰਾਂਡ ਆ ਰਿਹਾ ਹੈ, ਕਿਹੜਾ ਨਹੀਂ, ਇਹਦੇ ਤੇ ਚਰਚਾ ਹੈ, ਇਹ ਉਧਰ ਨੂੰ ਵਾਧੇ ਦਾ ਸਵਾਲ ਹੈ। ਅਸੀਂ ਮਾਨਤਾ ਦੇ ਰਹੇ ਹਾਂ ਕਿ ਤੁਸੀਂ ਇਸ ਪਾਸੇ ਵੱਲ ਨੂੰ ਚੱਲੋ। ਔਰ ਇਸੇ ਕਰਕੇ ਜਿਹੜੀਆਂ ਪੰਚਾਇਤਾਂ, ਪੰਚਾਇਤੀ ਰਾਜ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਪੰਚਾਇਤਾਂ ਮਤੇ ਪਾ ਸਕਦੀਆਂ ਨੇ ਕਿ ਸਾਡੀ ਹਦੂਦ ਦੇ ਵਿੱਚ ਅਸੀਂ ਠੇਕਾ ਨਹੀਂ ਚਾਹੁੰਦੇ। ਔਰ ਪੰਜਾਬ ਦੇ ਕਿੰਨੇ ਹੀ ਜ਼ਿਲ੍ਹਿਆਂ ਦੇ ਵਿੱਚ, ਸੰਗਰੂਰ ਤੋਂ ਸ਼ੁਰੂ ਹੋ ਕੇ ਪਟਿਆਲਾ ਵੀ, ਮਾਨਸਾ, ਕਈ ਜ਼ਿਲ੍ਹਿਆਂ ਦੇ ਵਿੱਚ ਲੋਕ ਪੰਚਾਇਤਾਂ ਇਹ ਮੂਵ ਚਲਾਉਂਦੀਆਂ ਰਹੀਆਂ ਪਿਛਲੇ 15-20 ਸਾਲਾਂ ਦੇ ਵਿੱਚੋਂ ਕਿ ਹਾਂ ਅਸੀਂ ਮਤੇ ਪਾ ਰਹੇ ਹਾਂ। ਉਹਨਾਂ ਨੂੰ ਵੀ ਕਿਉਂ ਨਹੀਂ ਮੰਨਦਾ ਪ੍ਰਸ਼ਾਸਨ, ਬਾਕੀ ਦੇ ਲੋਕ, ਉਹਦੇ ਤੇ ਕਿਉਂ ਨਹੀਂ ਜਦੋਜਹਿਦ ਹੁੰਦੀ? ਕਿਉਂਕਿ ਅਸੀਂ ਸਮਾਜਿਕ ਤੌਰ ਤੇ ਵੀ ਤਿਆਰ ਨਹੀਂ ਆ ਹਜੇ। ਤੇ ਉਹ ਤਾਂ ਕਹਿੰਦੇ ਹੀ ਨੇ, ਜਦੋਂ ਪ੍ਰਸ਼ਾਸਨ ਇਹ ਕਹੂਗਾ, ਜਦੋਂ ਸਰਕਾਰ ਇਹ ਕਹੂਗੀ ਕਿ ਸ਼ਰਾਬ ਦੇ ਠੇਕਿਆਂ ਤੋਂ ਵੱਧ ਆਮਦਨ ਲੈ ਕੇ ਅਸੀਂ ਮਾਲੀਆ ਇਕੱਠਾ ਕਰਨਾ ਹੈ, ਜਦੋਂ ਤੁਹਾਡੀ ਅਪਰੋਚ ਇਹ ਹੋ ਜਾਏਗੀ, ਤੁਸੀਂ ਕਹੋ ਕਿ ਜਿੰਨਾ ਕਮਾਲੀਆ ਇਕੱਠਾ ਹੁੰਦਾ ਇਹਦੀ ਚੋਰੀ ਨਹੀਂ ਹੋਣ ਦੇਵਾਂਗੇ, ਪਰ ਸ਼ਰਾਬ ਨੂੰ ਅਸੀਂ ਡਿਸਕਰੇਜ ਕਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਵਰਤੋਂ ਘਟੇ, ਇਹਦੀ ਵਰਤੋਂ ਵਧਣੀ ਨਹੀਂ ਚਾਹੀਦੀ। ਬਾਕੀ ਦੇ ਅਸੀਂ ਹੋਰ ਰਚਨਾਤਮਕ ਪਹਿਲੂ ਹੋਰ ਸੋਚਾਂਗੇ ਮਾਲੀਏ ਦੇ ਵਾਸਤੇ, ਹੋਰ ਬਾਕੀ ਦੀਆਂ ਚੀਜ਼ਾਂ ਸੋਚਾਂਗੇ ਜਿੱਥੋਂ ਪੈਸੇ ਆ ਸਕਦੇ ਨੇ। ਕੱਲੀਆਂ ਸ਼ਰਾਬਾਂ ਚੋਂ, ਪਹਿਲਾਂ ਕਿਹੜਾ ਸ਼ਰਾਬਾਂ ਚੋਂ ਹੀ ਆਉਂਦੇ ਸੀ ਪੈਸੇ? ਪੈਸੇ ਓਵਰਆਲ ਇਕਨੋਮਿਕ ਡਿਵੈਲਪਮੈਂਟ ਚੋਂ ਆਉਂਦੇ ਨੇ ਪੈਸੇ, ਓਵਰਆਲ ਹੋਰ ਲੋਕ ਜਿਹੜੀਆਂ ਚੀਜ਼ਾਂ ਨੇ, ਜੇ ਤੁਸੀਂ ਖੇਡਾਂ ਨੂੰ ਬਹੁਤ ਉਭਾਰ ਦੋਗੇ ਉਹਦੇ ਚੋਂ ਵੀ ਪੈਸਾ ਆਉਣਾ ਸ਼ੁਰੂ ਹੋ ਜਾਏਗਾ। ਜੇ ਤੁਸੀਂ ਸੱਭਿਆਚਾਰਕ ਐਕਟੀਵਿਟੀਆਂ ਬਹੁਤ ਕਰ ਦੋਗੇ ਉਹਦੇ ਚੋਂ ਹੋ ਜਾਏਗਾ। ਜੇ ਧਾਰਮਿਕ ਟੂਰਿਜ਼ਮ ਕਰ ਦੋਗੇ, ਸੱਭਿਆਚਾਰਕ ਟੂਰਿਜ਼ਮ ਕਰ ਦੋਗੇ, ਵਪਾਰ, ਉਹਦੇ ਚੋਂ ਵੀ ਆਉਣਾ ਸ਼ੁਰੂ ਹੋ ਜਾਏਗਾ। ਬਥੇਰੇ ਹੋਰ ਤਰੀਕੇ ਨੇ ਜਿੱਥੋਂ ਪੈਸੇ ਲਿਆਂਦੇ ਜਾ ਸਕਦੇ ਨੇ। ਪਰ ਜਦੋਂ ਤੁਹਾਡੇ ਤੇ ਡਿਬੇਟ ਇਹ ਹੋ ਰਹੀ ਹੋਵੇ ਕਿ ਮੈਂ ਵਧਾਊਂਗਾ ਸ਼ਰਾਬ ਤੋਂ ਮਾਲੀਆ, ਮੈਂ ਵਧਾਊਂਗਾ ਸ਼ਰਾਬ ਤੋਂ ਮਾਲੀਆ, ਮੈਂ, ਤਾਂ ਤੁਹਾਡੀ ਮਤਲਬ ਵਰਤਾਤ ਕਿਹੜਾ ਸਿਰਜ ਰਹੇ ਹੋ ਤੁਸੀਂ ਕਿਸੇ ਇੱਕ ਪਾਰਟੀਕੂਲਰ ਮੁੱਦੇ ਤੇ, ਉਹ ਬਹੁਤ ਮਹੱਤਵਪੂਰਨ। ਇਸ ਕਰਕੇ ਨਸ਼ੇ ਦੇ ਮੁੱਦੇ ਦੇ ਉੱਤੇ ਵੀ ਇੱਕ ਬਹੁਤ ਵੱਡੀ ਡਿਬੇਟ ਦੀ ਜਨਤਕ ਵਿਆਪਕ ਲੋੜ, ਇਕੱਲੇ ਸੀਮਤ ਹੱਦ ਤੱਕ ਨਹੀਂ, ਜਿਹੜਾ ਕਿ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਿਲਕੁਲ। ਜਿੱਥੇ ਤੱਕ ਗੱਲ ਹਮੀਰ ਸਿੰਘ ਜੀ ਇਹ ਹੁੰਦੀ ਆ ਕਿ ਜੇ ਨਸ਼ਿਆਂ ਦਾ ਫੈਲਾਓ, ਜੇ ਨਸ਼ੇ ਵਧਣਗੇ, ਲੋਕ ਨਸ਼ੇ ਕਰਨਗੇ, ਤਾਂ ਉਹਦੇ ਨਾਲ ਇਹ ਹੈ ਕਿ ਸਿਆਸਤਦਾਨ ਨੂੰ ਸੌਖਾ ਹੋ ਜਾਂਦਾ ਹੈ ਕਿ ਦਿਮਾਗੀ ਤੌਰ ਉੱਤੇ ਨਪੁੰਸਕ ਕਰ ਦਿੱਤਾ ਜਾਂਦਾ ਹੈ। ਅੱਜ ਜਦੋਂ ਗੱਲ ਯੂਥ ਐਮਪਾਵਰਮੈਂਟ ਦੀ ਹੁੰਦੀ ਹੈ ਕਿ ਨੌਜਵਾਨਾਂ ਨੂੰ ਲੈ ਕੇ ਅੱਗੇ ਚੱਲਣਾ, ਪਰ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਉਹ ਪੰਜਾਬ ਦੇ ਨਾ ਤਾਂ ਵੋਟਾਂ ਬਣਵਾਈਆਂ, ਜਿਨ੍ਹਾਂ ਦੀਆਂ ਬਣੀਆਂ ਉਹ ਬਹੁਤੀ ਗਿਣਤੀ 'ਚ ਪੰਜਾਬ ਤੋਂ ਬਾਹਰ ਨੇ, ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ। ਇਹੋ ਜਿਹੇ ਹਾਲਾਤ ਦੇ ਵਿੱਚ ਕਿੱਥੇ ਮੰਨ ਲਈਏ ਕਿ ਇਹ ਸਾਨੂੰ ਨਸ਼ਿਆਂ ਤੋਂ ਮੁਕਤ ਕਰ ਦੇਣਗੇ? ਇਹ ਤਾਂ ਚਾਹੁੰਦੇ ਨੇ ਕਿ ਲੋਕ ਨਪੁੰਸਕ ਰਹਿਣ, ਦਿਮਾਗੀ ਤੌਰ ਤੇ ਵੀ, ਸਰੀਰਕ ਤੌਰ ਉੱਤੇ ਵੀ। ਨਹੀਂ, ਇਸੇ ਲਈ ਮੈਂ ਕਿਹਾ ਕਿ ਜਨਤਾ ਨੂੰ ਜਨਤਕ ਸੰਵਾਦ, ਜਨਤਾ ਦੇ ਪੱਧਰ ਤੇ ਇੱਕ ਜਾਗਰੂਕਤਾ ਦਾ ਪੱਧਰ, ਜਿੰਨਾ ਚਿਰ ਇਹ ਪੋਲੀਟੀਕਲ ਪਾਰਟੀਆਂ ਕੰਮ ਕਰਦੀਆਂ ਸੀ ਪਹਿਲਾਂ ਸ਼ੁਰੂਆਤੀ ਦੌਰ 'ਚ, ਜਿਹੜੀ ਗੱਲ ਉਹਨਾਂ ਨੂੰ ਮਾੜੀ ਲੱਗਦੀ ਸੀ ਉਹ ਲੋਕਾਂ 'ਚ ਅਵੇਅਰਨੈਸ ਲਿਆਉਂਦੀਆਂ, ਲੋਕਾਂ ਦੀਆਂ ਰੈਲੀਆਂ ਕਰਦੀਆਂ, ਮੀਟਿੰਗਾਂ ਕਰਦੀਆਂ, ਫਿਰ ਮੋਰਚੇ ਲਾਉਂਦੀਆਂ, ਫਿਰ ਬੜੇ ਵੱਡੇ ਪੱਧਰ ਤੇ ਲੋਕਾਂ ਦੀ ਲਾਮਬੰਦੀ ਹੁੰਦੀ, ਲਾਮਬੰਦੀ ਦੇ ਨਾਲ ਫਿਰ ਚੀਜ਼ਾਂ ਬਾਕੀ ਉਹ ਹੋ ਰਹੀਆਂ ਸੀ। ਔਰ ਹੁਣ ਕੀ ਹੈ, ਔਰ ਉਹਦੇ ਆਧਾਰ ਦੇ ਉੱਤੇ ਹੁਣ ਕੀ ਹੈ, ਕੱਲਾ ਨਸ਼ੇ ਤੇ ਲੱਗ ਕੇ ਨਪੁੰਸਕ ਦਾ ਸਵਾਲ ਨਹੀਂ, ਜੇ ਡਿਜ਼ਾਈਨ ਹੈ ਇਹ ਇੱਕ ਓਵਰਆਲ ਟੋਟਲ ਪੋਲੀਟੀਕਲ ਕਲਚਰ ਜਿਹੜਾ ਸਾਡਾ ਬਣ ਗਿਆ। ਔਰ ਜਦੋਂ ਤੁਸੀਂ ਦੇਖੋ ਕਿ 84 ਤੋਂ ਲੈ ਕੇ
ਪੰਜਾਬ ਦੇ ਕਾਲਜ ਔਰ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਬੰਦ ਨੇ। ਦੁਨੀਆ ਭਰ ਦੀ ਹਰ ਚੋਣ ਹੋ ਰਹੀ ਹੈ, ਵਿਧਾਨ ਸਭਾ ਲੈ ਲਓ, ਪਾਰਲੀਮੈਂਟ ਲੈ ਲਓ, ਬਾਕੀ ਪੰਚਾਇਤੀ ਲੈ ਲਓ, ਉਹ ਬਾਕੀ ਦੀਆਂ ਲੈ ਲਓ, ਤਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਚੋਣਾਂ ਕਿਉਂ ਬੰਦ ਨੇ? ਜਦੋਂ 18 ਸਾਲ ਦੇ ਹਰ ਬੰਦੇ ਨੂੰ ਪ੍ਰਧਾਨ ਮੰਤਰੀ MP ਚੁਣਨ ਦਾ ਹੱਕ ਹੈ, MLA ਚੁਣਨ ਦਾ ਤੁਸੀਂ ਹੱਕ ਦੇਤਾ, ਬਾਕੀ ਚ ਵੋਟਾਂ ਪਾ ਰਿਹਾ, ਉਹਨਾਂ ਨੂੰ ਆਪਣੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਹੀ ਤੁਸੀਂ ਉਹ ਹੱਕ ਨਹੀਂ ਦਿੰਦੇ ਜਿੱਥੋਂ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਜਿੱਥੋਂ ਸਿਆਸੀ ਟ੍ਰੇਨਿੰਗ ਹੁੰਦੀ ਹੈ ਇੱਕ ਟਾਈਪ ਦੀ, ਕਿ ਅਸੀਂ ਉਸ ਪਾਸੇ ਵੱਲ ਜਾਣਾ ਹੈ। ਇਹ ਕਿਹੜੀ ਪਾਰਟੀ ਦੇ ਏਜੰਡੇ ਦਾ ਹਿੱਸਾ ਕਿ ਮੈਂ ਬਣਾਉ? ਪਹਿਲਾਂ ਸੀਗੀ, ਅਕਾਲੀ ਦਲ ਨੇ ਵੀ ਕਿਹਾ ਸੀ, 2007 ਚ ਵੀ ਕਿਹਾ ਮੈਂ ਚੋਣਾਂ ਐਤਕੀ ਪਹਿਲੀ ਵਾਰ, ਫਿਰ 12 ਚ ਕਿਹਾ, ਫਿਰ ਅਮਰਿੰਦਰ ਸਿੰਘ ਨੇ ਕਿਹਾ ਚੋਣਾਂ ਹੋਣਗੀਆਂ ਕਿਉਂਕਿ ਮੈਂ ਕਰਾਵਾਂਗਾ। ਕਿਉਂ ਨਹੀਂ ਹੋ ਰਹੀਆਂ ਜੀ ਚੋਣਾਂ? ਕਿਉਂ? ਕਿਉਂਕਿ ਫਿਰ ਉਹਦੇ ਚੋਂ ਯੂਥ ਲੀਡਰਸ਼ਿਪ ਆਉਂਦੀ ਹੈ, ਉਹ ਇਹਨਾਂ ਦੇ ਜਵਾਕਾਂ ਨੂੰ, ਜਿਹੜਾ ਭਤੀਜਿਆਂ ਪੁੱਤਾਂ ਕੁੜੀਆਂ ਨੂੰਹਾਂ ਨੂੰ ਜਿਹੜੀਆਂ ਸੀਟਾਂ ਮਿਲਦੀਆਂ ਨੇ, ਤਾਂ ਇਹਦੇ ਮੁਕਾਬਲੇ ਖੜੀ ਹੁੰਦੀ ਹੈ ਉਹ ਆ ਕੇ, ਔਰ ਉਹ ਅੰਦੋਲਨਾਂ ਚੋਂ ਸਿੱਖ ਕੇ ਆਉਂਦੀ ਹੈ। ਉਹ ਲੰਮੇ ਸਮੇਂ ਤੋਂ ਉਹਨੂੰ ਕਿਵੇਂ ਦੂਰ ਰੱਖਣਾ ਸਿਆਸਤ ਤੋਂ, ਔਰ ਇਹ ਕਿਹਾ ਜਾਣਾ ਕਿ ਸਿਆਸਤ ਦੇ ਵਿੱਚ ਵਿਦਿਆਰਥੀ ਭਾਗ ਨਹੀਂ ਲੈਂਦੇ ਹੁੰਦੇ, ਤੁਹਾਡਾ ਕੰਮ ਪੜ੍ਹਨਾ ਹੈ, ਤੁਸੀਂ ਪੜ੍ਹਨ ਤੱਕ ਸੀਮਤ ਰਹੋ। ਫਿਰ ਤੁਹਾਡੇ ਜਵਾਕ ਸਿਆਸਤ ਚ ਕਿਉਂ ਲਿਆ ਰਹੇ ਹੋ ਭਾਈ ਸਾਹਿਬ? ਜੇ ਉਹਨਾਂ ਲਈ ਇਹ ਨਸੀਹਤ ਹੈ ਤਾਂ ਤੁਹਾਡਿਆਂ ਲਈ ਕਿਉਂ ਨਹੀਂ? ਤੁਹਾਡੇ ਤਾਂ 15-15 ਸਾਲ ਦੇ ਵੋਟਾਂ ਮੰਗਦੇ ਫਿਰਦੇ ਨੇ, ਹਰੇਕ ਦੀ ਧੀ, ਹਰੇਕ ਦਾ ਪੁੱਤ, ਹਰੇਕ ਦੇ ਬਾਕੀ ਪਰਿਵਾਰਕ ਮੈਂਬਰ ਦਿਖਾਈ ਨਹੀਂ ਦੇ ਰਹੇ ਆਪਾਂ ਨੂੰ ਕਿ ਆਪਾਂ ਫਿਰ ਰਹੇ ਨੇ। ਤੇ ਜੇ ਇੰਨੀ ਉਹ ਗੰਦੀ ਚੀਜ਼ ਹੈ, ਦੂਜਿਆਂ ਤੇ ਲਾਗੂ ਕਰਨਾ ਚਾਹੁੰਦੇ ਹੋ, ਪਹਿਲਾਂ ਗੰਦੀ ਚੀਜ਼ ਆਪਣੇ ਤੋਂ ਹਟਾਓ ਨਾ। ਜੇ ਗੰਦੀ ਨਹੀਂ ਹੈ, ਤੁਹਾਡਿਆਂ ਲਈ ਫਾਇਦੇਮੰਦ ਹੈ, ਤਾਂ ਦੂਜਿਆਂ ਲਈ ਵੀ ਫਾਇਦੇਮੰਦ ਹੈ। ਉਹਨਾਂ ਦੀਆਂ ਵੋਟਾਂ ਕਿਉਂ ਰੋਕਦੇ ਹੋ? ਉਹ ਕਿਉਂ ਨਹੀਂ ਆਉਣੇ ਚਾਹੀਦੇ ਇਸ ਮੈਦਾਨ ਦੇ ਵਿੱਚ? ਇਸ ਲਈ ਉਹ ਇੱਕ ਗੱਲ ਵੀ ਹੈ। ਦੂਜੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ 20 ਲੱਖ ਰੁਪਇਆ ਦਿਆਂਗੇ, ਬਾਹਰ ਚਲਾ ਜਾ, ਮੈਂ ਆਈਲੈਟਸ ਦੇ ਦੂੰਗਾ, ਇੱਧਰ ਚਲਾ ਜਾ, ਉੱਧਰ ਚਲਾ ਜਾ, ਤਾਂ ਫਿਰ ਤੁਸੀਂ ਯੂਥ ਨੂੰ ਇੱਥੇ ਨਹੀਂ ਚਾਹੁੰਦੇ, ਪੰਜਾਬ ਦੇ ਨੂੰ, ਜਿਹੜੇ ਬਾਕੀ ਨੂੰ ਰਾਜ ਕਰਨ ਲਈ ਤੁਹਾਡੇ ਪੁੱਤ ਭਤੀਜੇ ਇੱਥੇ ਰਹਿਣ ਜਾਂ ਧੀਆਂ ਇੱਥੇ ਰਹਿਣ, ਲੋਕਾਂ ਦੀਆਂ ਧੀਆਂ ਤੇ ਪੁੱਤ ਬਾਹਰ ਚਲੇ ਜਾਣ, ਇੱਥੇ ਉਜਾੜ ਦੇ ਰੂਪ ਦੇ ਵਿੱਚ ਪਵੇ, ਕੋਈ ਮੂਵਮੈਂਟ, ਕੋਈ ਇਸ ਲੈਵਲ ਦੀ ਵੱਡੀ ਮੂਵਮੈਂਟ ਪੈਦਾ ਨਾ ਹੋਵੇ ਤਾਂ ਕਿ ਉਹ ਰਜਿਸਟ ਕਰਨ ਨਾ। ਇਹਨਾਂ ਨੂੰ ਇਹ ਹੋਵੇ ਵੀ ਫਿਰ ਉਹ ਰੁਜ਼ਗਾਰ ਮੰਗਣ। ਅਗਲਾ ਕਹਿੰਦਾ ਉੱਥੇ ਚਲਾ ਜਾ ਭਾਈ, ਰੁਜ਼ਗਾਰ ਸਾਡੇ ਤੋਂ ਕਹਿੰਦੇ ਮੰਗ ਰਿਹਾ, ਅਸੀਂ ਤੈਨੂੰ ਬਾਹਰ ਭੇਜ ਦਿੰਦੇ ਹਾਂ। ਤੁਸੀਂ ਧੱਕ ਰਹੇ ਹੋ ਉਸ ਪਾਸੇ ਵੱਲ ਵੀ। ਇਸ ਲਈ ਨਸ਼ਾ ਇੱਕ ਗੱਲ ਹੈ, ਵਿਦੇਸ਼ ਜ਼ਬਰਦਸਤੀ ਜਬਰੀ ਪ੍ਰਵਾਸ ਉਹਦੇ ਨਾਲ ਜੁੜਿਆ ਦੂਜੀ ਗੱਲ ਹੈ, ਵਿਦਿਆਰਥੀਆਂ ਨੂੰ ਸਿਆਸਤ ਤੋਂ ਦੂਰ ਰੱਖਣਾ, ਉਹਦੀਆਂ ਚੋਣਾਂ ਨਾ ਕਰਾਉਣਾ, ਇਹ ਤੀਜੀ ਗੱਲ ਉਸੇ ਦਾ ਹਿੱਸਾ ਹੈ। ਤੇ ਇਹਦੇ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਨੂੰ ਬੌਧਿਕ ਤੌਰ ਤੇ ਕੰਗਾਲ ਰੱਖਣਾ, ਉਹਨਾਂ ਨੂੰ ਇਹੋ ਜਿਹੀਆਂ ਜਨਤਕ ਗਤੀਵਿਧੀਆਂ ਤੋਂ ਦੂਰ ਰੱਖਣਾ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਈਵਨ ਜਿਹੜੇ ਯੂਥ ਫੈਸਟੀਵਲ ਵੀ ਹੁੰਦੇ ਸੀ, ਔਰ ਉਹ ਯੂਥ ਫੈਸਟੀਵਲ ਵੀ ਹੁਣ ਮਰ ਚੁੱਕੇ ਨੇ ਇੱਕ ਟਾਈਪ ਦੇ। ਉਹ ਪ੍ਰਾਈਵੇਟ ਕਾਲਜ ਦੇਖਦੇ ਨੇ ਹੁਣ ਵੀ ਜੇ ਕੋਈ ਜ਼ਿੰਮੇਵਾਰੀ ਲੈ ਲੇ ਤਾਂ ਹੋ ਜੂ, ਨਹੀਂ ਤਾਂ ਨਾ ਸਹੀ। ਤੇ ਜਿਹੜੇ ਉੱਤੇ ਖਰਚ ਹੁੰਦਾ ਸੀ ਬਜਟ ਦੇ ਰੂਪ ਦੇ ਵਿੱਚ, ਬੱਚਿਆਂ ਦੀ ਤਿਆਰੀ ਦੇ ਰੂਪ ਦੇ ਵਿੱਚ, ਔਰ ਉਹ ਸਾਰੇ ਕਾਲਜਾਂ ਦੇ ਵਿੱਚੋਂ ਮਾਰਿਆ ਜਾ। ਹੁਣ ਰਸਮ ਨਿਭਾਉਣ ਵਾਲੀ ਗੱਲ ਰਹਿ ਗਈ। ਤੇ ਜਿੰਨੇ ਪੱਧਰ ਤੇ ਉੱਥੋਂ ਕਲਾਕਾਰ ਪੈਦਾ ਹੁੰਦੇ ਸੀ, ਜਿੰਨੇ ਪੱਧਰ ਤੇ ਉੱਥੋਂ ਸਿਆਸੀ ਲੋਕ, ਭਾਸ਼ਣ ਕਰਨ ਵਾਲੇ ਬੰਦੇ, ਭਾਸ਼ਣ ਪ੍ਰਤੀਯੋਗਤਾ ਉੱਥੇ ਹੁੰਦੀ ਸੀ, ਡਿਬੇਟ ਡੈਕਲਾਮੇਸ਼ਨ ਉੱਥੇ ਹੁੰਦਾ ਸੀ, ਬਾਕੀ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ, ਨਾਟਕ, ਬਾਕੀ ਦੀਆਂ ਚੀਜ਼ਾਂ, ਉਹਦੇ ਚੋਂ ਬੰਦਿਆਂ ਦਾ ਅੰਦਰੋਂ ਜਿਹੜਾ ਇੱਕ ਟੈਲੈਂਟ ਨਿਕਲਦਾ ਸੀ, ਉਹ ਵੀ ਤੁਸੀਂ ਖਤਮ ਕਰਦੇ ਜਾ ਰਹੇ ਹੋ। ਔਰ NSS ਵਰਗੀਆਂ ਐਕਟੀਵਿਟੀਜ਼ ਜਿਹੜੀਆਂ ਵਿਦਿਆਰਥੀਆਂ ਨੂੰ ਕੈਂਪਾਂ 'ਚ ਸਾਂਝੇ ਰੱਖ ਕੇ ਇੱਕ ਸਾਂਝ ਪੈਦਾ ਕਰਦੀਆਂ ਸੀ, ਇੱਕ ਟੀਮ ਲੀਡਰ ਦੇ ਰੂਪ ਦੇ ਵਿੱਚ ਉਭਾਰਦੀਆਂ ਸੀ, ਉਹ ਵੀ ਤੁਸੀਂ ਖਤਮ ਕਰਤਾ ਕਿਉਂਕਿ ਤੁਹਾਡੇ ਕੋਲ ਪੈਸਾ ਨਹੀਂ ਹੈ। ਤੁਸੀਂ ਕਹਿਤਾ ਵੀ ਪੈਸਾ ਨਹੀਂ ਹੈ, ਬਾਕੀ ਕੰਮਾਂ ਲਈ ਬਥੇਰਾ ਪੈਸਾ ਹੈ, ਇਹਨਾਂ ਕੰਮਾਂ ਲਈ ਪੈਸਾ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਤੀਆਂ ਤੁਸੀਂ, ਇਕੱਠਾ ਕਰਕੇ ਇੱਕ ਐਸਾ ਮਾਹੌਲ ਬਣਾ ਰਹੇ ਹੋ ਜਿਹੜੇ ਮਾਹੌਲ ਦੇ ਵਿੱਚ ਬੱਚੇ ਉਧਰ ਜਾ ਨਾ ਸਕਣ। ਫਿਰ ਪਿੰਡ ਤੋਂ ਲੈ ਕੇ ਉੱਪਰ ਤੱਕ ਤੁਸੀਂ ਖੇਡਾਂ ਮਾਰਤੀਆਂ, ਬਿਲਕੁਲ ਹੀ ਸਪੋਰਟਸ ਦੇ ਵਿੱਚ ਕਿੱਥੇ ਜਾਵੇ ਬੰਦਾ, ਗਰਾਊਂਡ ਕਿੱਥੇ ਹੈ, ਉਹਨਾਂ ਨੂੰ ਦੇ ਕੀ ਰਹੇ ਹੋ, ਉਹਨਾਂ ਲਈ ਟ੍ਰੇਨਿੰਗ ਲਈ ਕੋਚ ਕਿੱਥੇ ਹੈ, ਬਾਕੀ ਦੀਆਂ ਚੀਜ਼ਾਂ ਕਿੱਥੇ ਨੇ, ਸਪੋਰਟਸ ਤੇ ਗੱਲ ਕਿੱਥੇ ਹੋ ਰਹੀ ਹੈ, ਕਿਸੇ ਡਿਬੇਟ ਦੇ ਵਿੱਚ ਹੋ ਰਹੀ ਹੈ, ਕਿਸੇ ਏਜੰਡੇ ਦੇ ਵਿੱਚ ਹੋ ਰਹੀ ਹੈ ਨੌਜਵਾਨਾਂ ਦੇ ਵਿੱਚ। ਇਹ ਪ੍ਰਾਈਵੇਟ ਨੇ ਜਿਹੜੇ, ਅਸੀਂ ਚੱਕਰ ਪਿੰਡ ਦੀ ਗੱਲ ਕਰ ਲੈਂਦੇ ਹਾਂ ਕਿ ਉੱਥੇ ਇੱਕ ਬਾਕਸਿੰਗ ਆਪਣੇ ਆਪ ਹੀ ਅਕੈਡਮੀ ਬਣਾਤੀ, ਕਈ ਕਲੱਬ ਨੇ ਜਿਹੜੇ ਫੁੱਟਬਾਲ ਚਲਾ ਰਹੇ ਨੇ, ਕਈ ਵੱਖ-ਵੱਖ ਲੋਕ ਨੇ ਜਿਹੜੇ ਐਥਲੈਟਿਕਸ ਨੂੰ ਗੱਲ, ਉਹ ਨਿੱਜੀ ਐਫਰਟ ਨੇ ਮਾੜੇ ਮੋਟੇ। ਸਰਕਾਰ ਕੀ ਕਰ ਰਹੀ ਹੈ ਉਸ ਮਾਮਲੇ ਦੇ ਵਿੱਚ, ਜਾਂ ਪਾਰਟੀਆਂ ਕੀ ਕਰ ਰਹੀਆਂ ਨੇ? ਪਾਰਟੀਆਂ ਉਹਦੇ ਲਈ ਲੜ ਰਹੀਆਂ ਨੇ ਸਰਕਾਰ ਦੇ ਉਸ ਮਾਮਲੇ ਦੇ ਵਿੱਚ। ਬਿਲਕੁਲ। ਤੇ ਜਿਹੜਾ ਆਪਦੇ ਦਮ ਤੇ ਕੋਈ ਮੈਡਲ ਲੈ ਗਿਆ, ਫਿਰ ਬਥੇਰਾ ਤੁਸੀਂ ਕਹਿੰਦੇ ਹੋ 2 ਕਰੋੜ ਦੇ ਦਾਂਗੇ। ਮੈਡਲ ਲਿਜਾਣ ਜੋਗਾ ਕਰਨ ਦੇ ਵਾਸਤੇ ਕੀ ਪਾਲਿਸੀ ਹੈ ਤੁਹਾਡੀ? ਕਿਉਂ ਮੈਡਲ ਤੱਕ ਪਹੁੰਚ ਜੇ ਗਰੀਬ ਬੱਚਾ, ਉਹਦੇ ਕੋਲ ਇੰਨੇ ਫਰਕ, ਇੰਨੀ ਖੁਰਾਕ ਉਹਦੇ ਕੋਲ ਹੋਵੇ, ਇੰਨਾ ਉਹਦੇ ਕੋਲ ਦਿਸ਼ਾ ਦੇਣ ਵਾਲੇ, ਟ੍ਰੇਨਿੰਗ ਦੇਣ ਵਾਲੇ, ਸਿਖਲਾਈ ਦੇਣ ਵਾਲੇ ਪ੍ਰਬੰਧ ਹੋਣ, ਤਾਂ ਇਹ ਕੌਣ ਕਰੇਗਾ?
ਇਹ ਸਾਰੀਆਂ ਚੀਜ਼ਾਂ ਯੂਥ ਨੂੰ ਲੈ ਕੇ ਕੋਈ ਪਾਲਿਸੀ ਹੈ ਨਹੀਂ। ਪਾਲਿਸੀ ਬਲਕਿ ਚੁੱਪ ਪਾਲਿਸੀ ਹੈ, ਖਾਮੋਸ਼ ਪਾਲਿਸੀ ਹੈ। ਖਾਮੋਸ਼ ਪਾਲਿਸੀ ਕੀ ਹੈ ਕਿ ਇਹਨੂੰ ਹੌਲੀ ਹੌਲੀ ਸਲੋ ਪੋਇਜ਼ਨਿੰਗ ਜਿਵੇਂ ਆਪਾਂ ਕਹਿੰਦੇ ਆ, ਹੌਲੀ ਹੌਲੀ ਜ਼ਹਿਰ ਇੱਕ ਹੁੰਦੀ ਹੈ, ਉਹ ਵਿਚਾਰਕ ਉਹੀ ਜੀ ਦਿੱਤੀ ਜਾਵੇ, ਇਹਨੂੰ ਛੱਡ ਦਿੱਤਾ ਜਾਵੇ ਆਪਣੇ ਰਹਿਮੋ ਕਰਮ ਤੇ। ਜਦੋਂ ਉੱਥੇ ਛੱਡ ਦਿਓਗੇ ਤਾਂ ਉਭਰੂਗਾ ਹੀ ਨਹੀਂ, ਉਭਾਰਨ ਲਈ ਕੋਈ ਹੱਲਾਸ਼ੇਰੀ ਦਿੱਤੀ ਨਾ ਜਾਵੇ। ਇਹ ਸਾਰਾ ਇੱਕ ਓਵਰਆਲ ਡਿਜ਼ਾਈਨ ਹੈ, ਨਸ਼ਾ ਉਹਦਾ ਇੱਕ ਹਿੱਸਾ ਹੈ। ਉਹ ਡਿਜ਼ਾਈਨ ਨੂੰ ਕਿਵੇਂ ਤੋੜਨਾ, ਤਾਂ ਪੰਜਾਬ ਦੇ ਵਿੱਚ ਇੱਕ ਅਲਟਰਨੇਟਿਵ ਪ੍ਰੈਸ਼ਰ ਗਰੁੱਪ ਵੀ, ਅਲਟਰਨੇਟਿਵ ਵਿਚਾਰਧਾਰਾ ਵੀ, ਅਲਟਰਨੇਟਿਵ ਪ੍ਰਚਾਰ ਦੇ ਸਾਧਨ ਜਿਹੜੇ ਨੇ ਉਸ ਲੈਵਲ ਤੇ, ਇਹਦੇ ਚ ਬੌਧਿਕ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ। ਬੌਧਿਕ ਜਿਹੜੇ ਬੁੱਧੀਜੀਵੀ ਲੋਕ ਨੇ, ਪੜ੍ਹੇ ਲਿਖੇ, ਯੂਨੀਵਰਸਿਟੀਆਂ ਚ ਆਲੇ ਦੁਆਲੇ ਬੈਠੇ ਨੇ, ਉਹਨਾਂ ਨੂੰ ਲਿਖਣਾ ਚਾਹੀਦਾ, ਉਹਨਾਂ ਨੂੰ ਬੋਲਣਾ ਚਾਹੀਦਾ, ਉਹਨਾਂ ਦਾ ਸੰਪਰਕ ਸੱਥਾਂ ਦੇ ਵਿੱਚ ਵੀ ਹੋਣਾ ਚਾਹੀਦਾ, ਜਾ ਕੇ ਲੋਕਾਂ ਨਾਲ ਸਿੱਧੇ ਸੰਵਾਦ ਦੇ ਰੂਪ ਦੇ ਵਿੱਚ। ਔਰ ਉਹ ਸਾਰੀਆਂ ਚੀਜ਼ਾਂ ਉਸ ਲੈਵਲ ਤੇ ਜੇਕਰ ਵਿਕਸਿਤ ਹੋਣਗੀਆਂ ਤਾਂ ਚੱਲੇਗਾ। ਐਤਕੀ ਦਾ ਥੋੜਾ ਜਿਹਾ ਇੱਕ ਫਰਕ ਦਿਖਾਈ ਦੇ ਰਿਹਾ, ਐਸੀ ਗੱਲ ਨਹੀਂ ਹੈ, ਪਰ ਉਹ ਫਰਕ ਇਹਨਾਂ ਕਰਕੇ ਨਹੀਂ ਦਿਖਾਈ ਦੇ ਰਿਹਾ, ਉਹ ਫਰਕ ਕਿਸਾਨ ਅੰਦੋਲਨ ਕਰਕੇ ਦਿਖਾਈ ਦੇ ਰਿਹਾ। ਬਿਲਕੁਲ ਬਿਲਕੁਲ। ਕਿਸਾਨ ਅੰਦੋਲਨ ਕਰਕੇ ਤੁਸੀਂ ਪੰਜਾਬ ਦੇ ਪਿੰਡਾਂ 'ਚ ਦੇਖਦੇ ਹੋਵੋਗੇ, ਲੀਡਰ ਨਹੀਂ ਜਾ ਰਹੇ, ਲੀਡਰਾਂ ਦੇ ਕੰਪੇਨ ਦਾ ਰੂਪ ਬਦਲ ਲਿਆ। ਰੂਪ ਕੀ ਬਦਲਿਆ ਹੁਣ ਕੰਪੇਨ ਦਾ? ਉਹ ਆਪਣੇ ਕਿਸੇ ਹਲਕੇ ਦੇ ਕਿਸੇ ਪਿੰਡ 'ਚ ਜਾਂਦੇ ਨੇ ਜਾਂ ਸ਼ਹਿਰ ਦੇ ਮੁਹੱਲੇ 'ਚ ਜਾਂਦੇ ਨੇ, ਜਿਹੜਾ ਉਹਨਾਂ ਦਾ ਪੱਕਾ ਵਰਕਰ ਹੈ ਜਾਂ ਸਰਪੰਚ ਹੈ ਜਾਂ ਐਮਸੀ ਹੈ, ਉਹਦੇ ਘਰ ਜਾ ਕੇ ਬੈਠ ਜਾਂਦੇ ਨੇ, ਕਹਿੰਦੇ ਨੇ 150 ਬੰਦਾ ਤੇਰੇ ਘਰ ਹੀ ਇਕੱਠਾ ਕਰ ਲੈ। ਬਿਲਕੁਲ। ਤੇ ਉਹ ਆਪਦੇ ਘਰ ਇਕੱਠਾ ਕਰਕੇ ਗੱਲ ਕਹਿ ਕੇ ਆ ਜਾਂਦੇ ਨੇ। ਜੇ ਉਹ ਜਨਤਕ ਥਾਵਾਂ ਤੇ ਜਾਂਦੇ ਨੇ ਤਾਂ ਉੱਥੇ ਲੋਕ ਸਵਾਲ ਪੁੱਛਦੇ ਨੇ। ਬਿਲਕੁਲ। ਕੋਈ ਪਾਰਟੀ ਇਹੋ ਜਿਹੀ ਨਹੀਂ ਜਿਹਨੂੰ ਸਵਾਲ ਨਹੀਂ ਪੁੱਛਿਆ ਜਾ ਰਿਹਾ, ਤੇ ਸਵਾਲਾਂ ਨੂੰ ਉਹ ਟਰਕਾਉਂਦੇ ਨੇ। ਜਿਹੜੇ ਸੋ ਕਾਲਡ ਵੱਡੇ ਲੀਡਰ ਨੇ, ਜਿਨ੍ਹਾਂ ਨੂੰ ਇਹ ਲੱਗਦਾ ਮੇਰੇ ਕੋਲ ਗੱਲ ਹੈ, ਉਹ ਕਿਸੇ ਦਾ ਸਵਾਲ ਸੁਣਨ ਲਈ ਤਿਆਰ ਨਹੀਂ, ਕਿਸੇ ਨੂੰ ਜਵਾਬ ਦੇਣ ਲਈ ਤਿਆਰ ਨਹੀਂ। ਬਿਲਕੁਲ। ਤੇ ਜੇ ਉਹ ਜਵਾਬ ਅੱਜ ਦੇਣ ਲਈ ਤਿਆਰ ਨਹੀਂ, ਜੇ ਉਹ ਕਿਸੇ ਪੱਤਰਕਾਰ ਦਾ ਅੱਜ ਠੀਕ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਨਹੀਂ ਹੈ, ਸਾਰਾ ਪੋਲੀਟੀਕਲ ਸਟਰਕਚਰ, ਪੱਤਰਕਾਰ ਵੀ ਤਾਂ ਜਵਾਬ ਇਹੀ ਮੰਗਦਾ ਨਾ ਕਿ ਜਿਹੜਾ ਬਾਕੀ ਥਾਂ ਤੋਂ ਆਏ। ਹਾਂ, ਦੂਜਾ ਮੀਡੀਆ ਉਹਦੇ ਕੋਲ ਚਲੇ ਜਾਂਦੇ ਨੇ ਜਿੱਥੇ ਕਰੋੜਾਂ ਰੁਪਈਆ ਵੰਡਿਆ ਜਾ ਚੁੱਕਿਆ, ਜਿਹੜੇ ਮੀਡੀਆ ਨੂੰ ਪਹਿਲੇ। ਬਿਲਕੁਲ ਬਿਲਕੁਲ। ਇੱਥੇ ਖਬਰ ਵੀ ਐਡਵਰਟਾਈਜ਼ਮੈਂਟ ਦੀ ਤਰ੍ਹਾਂ ਚੱਲਦੀ ਹੈ, ਉੱਥੇ ਸਵਾਲ ਵੀ ਤੁਸੀਂ ਲਿਖ ਕੇ ਭੇਜਦੇ ਹੋ, ਉੱਥੇ ਤੁਸੀਂ ਜਾਣ ਲਈ ਤਿਆਰ ਹੋ, ਤੇ ਦੂਜੇ ਥਾਂ ਤੁਸੀਂ ਜਾਣ ਲਈ ਤਿਆਰ ਨਹੀਂ, ਦੂਜੇ ਨਾਲ ਤੁਸੀਂ ਗੱਲ ਕਰਨ ਲਈ ਤਿਆਰ ਨਹੀਂ, ਦੂਜੇ ਨਾਲ ਤੁਸੀਂ ਬੈਠਣ ਲਈ ਤਿਆਰ ਨਹੀਂ। ਜੋ ਜਿਹੜਾ ਲੋਕਾਂ ਦਾ ਸਵਾਲ ਕਰੇਗਾ, ਜਿਹੜਾ ਲੋਕਾਂ ਦੇ ਮੁੱਦੇ ਨੇ, ਉਹ ਮੁੱਦੇ ਤੁਹਾਨੂੰ ਤਕਲੀਫ ਦੇਣਗੇ, ਤੁਹਾਡੇ ਕੋਲ ਜਵਾਬ ਹੈ ਨਹੀਂ। ਬਿਲਕੁਲ। ਜਿੱਥੇ ਤੁਹਾਡੀ ਨੂਰਾ ਕੁਸ਼ਤੀ ਹੈ, ਮਿਲੀ ਭੁਗਤਾ, ਚਾਹੇ ਉਹ ਮੀਡੀਆ ਦੇ ਵੱਡੇ ਸੈਕਸ਼ਨ ਨਾਲ ਹੈ, ਚਾਹੇ ਉਹ ਕਿਸੇ ਹੋਰ ਤਰਤੀਬ ਦੇ ਨਾਲ ਹੈ, ਉਹ ਨੂਰਾ ਕੁਸ਼ਤੀ ਤੁਸੀਂ ਖੂਬ ਘੁਲਣ ਜਾਣਦੇ ਹੋ ਤੇ ਉਹ ਘੁਲ ਰਹੇ ਹੋ। ਬਿਲਕੁਲ। ਮੇਰਾ ਆਖਰੀ ਸਵਾਲ ਹਮੀਰ ਸਿੰਘ ਜੀ, ਜਦੋਂ ਇਹ ਗੱਲ ਹੁੰਦੀ ਹੈ ਕਿ ਸਰਕਾਰ ਕੀ ਕਰ ਰਹੀ ਹੈ, ਤੁਸੀਂ ਵੀ ਸਵਾਲ ਚੁੱਕਿਆ ਕਿ ਸਰਕਾਰ ਕੀ ਕਰ ਰਹੀ ਹੈ, ਲੋਕਾਂ ਨੂੰ ਨਜ਼ਰ ਆ ਰਿਹਾ ਕਿ ਸਰਕਾਰ ਇਹ ਕਰ ਰਹੀ ਹੈ ਕਿ ਵੋਟਾਂ ਦਾ ਧਰੂਵੀਕਰਨ ਕਿੱਦਾਂ ਕਰਨਾ। ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਨਾਲ ਦਲਿਤ ਵੋਟ ਕਿੰਨੀ ਕਾਉਣੀ ਹੈ। ਅਕਾਲੀ ਦਲ ਇਹ ਸੋਚਦਾ ਹੈ ਕਿ ਬਸਪਾ ਨੂੰ ਨਾਲ ਰੱਖਣ ਦੇ ਨਾਲ ਦਲਿਤ ਵੋਟ ਕਿੰਨਾ ਕੁ ਸਾਨੂੰ ਪ੍ਰਭਾਵਿਤ ਕਰੇ, ਕਿੰਨਾ ਕੁ ਸਾਡੇ ਹੱਕ ਵਿੱਚ ਭੁਗਤਦੀ ਹੈ। ਕੁਮਾਰੀ ਮਾਇਆਵਤੀ ਨੇ ਕੱਲ ਆਉਣਾ ਪੰਜਾਬ ਦੇ ਵਿੱਚ, ਉਹਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਦੁਆਬੇ ਦੇ ਵਿੱਚ ਆਹ ਫੈਕਟਰ ਬਣ ਜਾਣਾ। ਚੰਨੀ ਸਾਹਿਬ ਕਹਿੰਦੇ ਕਿ ਮੇਰਾ ਮਿਸ਼ਨ ਮਾਲਵਾ ਚੱਲਦਾ, ਇੱਥੇ ਅਸੀਂ ਜੇ ਉਹ ਭਦੌੜ ਤੋਂ ਚੋਣ ਲੜਦੇ ਨੇ ਤਾਂ ਇਸ ਢੰਗ ਦੇ ਨਾਲ ਲੋਕਾਂ ਦਾ ਝੁਕਾਅ। ਸਾਰੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਮੁੱਦਿਆਂ ਤੋਂ ਪਾਸੇ ਕਰਕੇ, ਉਹਦੇ ਵਿੱਚ ਕਾਂਗਰਸ ਵੀ ਆ ਗਈ ਜਿਹੜੀ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਉਹਦੇ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ। ਇਹ ਸਾਰੇ ਇਸੇ ਤੇ ਟੇਗੇ ਆ ਕੇ ਕਿ ਐਤਕੀ ਦਲਿਤ ਵੋਟ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਨੂੰ ਬਦਲੇਗੀ। ਨਹੀਂ, ਪੰਜਾਬ ਦੀ ਸਿਆਸਤ 'ਚ ਪਹਿਲਾਂ ਵੀ ਕਦੇ ਮੁੱਦਿਆਂ ਦੀ ਗੱਲ ਬਹੁਤ ਜ਼ਿਆਦਾ ਨਹੀਂ ਹੋਈ, ਬੜੇ ਪੁਰਾਣਾ ਸਮੇਂ 'ਚ ਕਦੇ ਹੁੰਦੀ ਸੀ ਤੇ ਹੁਣ ਨਹੀਂ ਹੈ। ਇੱਕ ਜ਼ਮਾਨੇ ਤੱਕ ਪੰਥ ਖਤਰੇ 'ਚ ਵੀ ਰਹਿੰਦੀ ਰਹੀ ਹੈ, ਬੜੀ ਵੱਡੀ ਗੱਲ, ਵੱਡਾ ਮੁੱਦਾ ਰਹਿੰਦਾ ਰਿਹਾ ਪੰਥਕ ਤੌਰ ਦੇ ਉੱਤੇ, ਤੇ ਬੇਅਦਬੀ ਬਹੁਤ ਵੱਡਾ ਮੁੱਦਾ ਸੀ, ਧਾਰਮਿਕ ਐਂਗਲ ਤੋਂ ਰਹਿੰਦਾ ਰਿਹਾ। ਮਤਲਬ ਸਾਡੇ ਧਾਰਮਿਕ ਐਂਗਲ ਤੋਂ ਉਹ ਵੀ, ਤੇ ਡੇਰੇ ਵੀ ਪਾਪੂਲਰ ਰਹੇ ਨੇ, ਔਰ ਸਾਰੇ ਲੀਡਰ ਡੇਰਿਆਂ ਦੇ ਨਤਮਸਤਕ ਹੁੰਦੇ ਰਹੇ ਨੇ ਜਾ ਕੇ ਕਿ ਮੈਨੂੰ ਪਵਾ ਦਿਓ ਜੀ ਵੋਟਾਂ, ਮੈਨੂੰ ਜਨਤਕ ਤੌਰ ਤੇ ਲੋਕਾਂ ਦੇ ਸਾਹਮਣੇ ਫੋਟੋਆਂ ਨੇ। ਇਹ ਉਦੋਂ ਵਾਪਰਦੀਆਂ ਨੇ ਘਟਨਾਵਾਂ ਜਦੋਂ ਲੀਡਰਸ਼ਿਪ ਲੋਕਾਂ ਦੇ ਨਾਲ ਜਿਹੜਾ ਕੰਟਰੈਕਟ ਕੀਤਾ ਹੋਇਆ, ਇਹਨੂੰ ਸੋਸ਼ਲ ਕੰਟਰੈਕਟ ਕਿਹਾ ਜਾਂਦਾ, ਸਟੇਟ ਤੇ ਲੋਕਾਂ ਦੇ ਦਰਮਿਆਨ ਹੁੰਦਾ ਕਿ ਮੈਂ ਤੇਰੀ ਜਾਨ ਮਾਲ ਦੀ ਰਾਖੀ ਕਰੂੰਗਾ, ਤੇਰਾ ਵਿਕਾਸ ਕਰੂੰਗਾ, ਤੇਰੇ ਲਈ ਆਹ ਕਰੂੰਗਾ, ਆਹ ਕਰੂੰਗਾ। ਜਦੋਂ ਕਰਨ ਦੇ ਲਾਇਕ ਨਹੀਂ ਰਹਿੰਦਾ, ਜਾਂ ਤਾਂ ਕਰਨਾ ਨਹੀਂ ਚਾਹੁੰਦਾ ਜਾਂ ਕਰਨ ਦੇ ਲਾਇਕ ਨਹੀਂ ਹੈ, ਉਹ ਦੋਨੇ ਹਾਲਤਾਂ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਕਰਦਾ। ਫਿਰ ਉਹ ਇੱਕ ਨਾਗਰਿਕ ਨਾਲ ਜਾਂ ਇੱਕ ਵੋਟਰ ਨਾਲ ਜਿਹੜਾ ਕੀਤਾ ਗਿਆ ਕਮਿਟਮੈਂਟ ਹੈ, ਜਿਹੜਾ ਕੀਤਾ ਗਿਆ ਐਗਰੀਮੈਂਟ ਹੈ, ਉਹ ਤੋੜਨ 'ਚ ਵਿਸ਼ਵਾਸ ਰੱਖਦਾ। ਫਿਰ ਤੋੜਨ ਦਾ ਕੋਈ ਤਰੀਕਾ ਲੱਭਦਾ। ਉਹ ਤਰੀਕਾ ਫਿਰ ਕੀ ਹੈ? ਤਰੀਕਾ ਇਹ ਹੈ ਕਿ ਕੁਝ ਇਹੋ ਜਿਹੇ ਤਰੀਕੇ ਲੱਭੋ ਜਿੱਥੇ ਸੋਚ ਸਮਝ ਬੰਦ ਹੋ ਜੇ,
ਜਿੱਥੇ ਕੇਵਲ ਜਜ਼ਬਾਤ ਕੰਮ ਕਰੇ, ਜਿੱਥੇ ਸਵਾਲ ਜਵਾਬ ਬੰਦ ਹੋ ਜਾਣ, ਜਿੱਥੇ ਭਗਤੀ ਦਾ ਮਾਹੌਲ ਚੱਲੇ। ਉਹਦੇ ਚੋਂ ਹੀ ਫਿਰ ਇਹ ਕਿ ਡੇਰੇ ਵਾਲੇ ਬਾਬੇ ਨੇ ਕਹਿਤਾ ਜੀ ਹੁਣ ਡੇਰਾ ਭਗਤ ਉਧਰ ਪਾ ਦਿਓ, ਜਾਂ ਕਿਸੇ ਇੱਕ ਜਥੇਦਾਰ ਨੇ ਕਹਿਤਾ ਉਧਰ ਪਾ ਦਿਓ, ਜਾਂ ਕਿਸੇ ਇੱਕ ਜਾਤ ਬਰਾਦਰੀ ਨੇ ਕਹਿਤਾ ਮੇਰੀ ਜਾਤ ਬਰਾਦਰੀ ਦਾ ਮੈਂ ਜਾਤ ਦੇ ਤੌਰ ਤੇ ਪਾਦਾ ਵੋਟ, ਜਾਂ ਮੇਰੇ ਰਿਸ਼ਤੇਦਾਰ ਹੈ, ਜਾਂ ਮੇਰਾ ਦੋਸਤ ਮਿੱਤਰ ਹੈ, ਜਾਂ ਮੇਰਾ ਇਲਾਕੇ ਦਾ ਹੈ, ਜਾਂ ਮੇਰੀ ਜਾਤ ਦਾ, ਜਾਂ ਮੇਰੇ ਧਰਮ ਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਉਸ ਪੱਧਰ ਦੇ ਉੱਤੇ ਜਾਂਦੀਆਂ ਨੇ ਕਿ ਤੁਸੀਂ ਮੁੱਦੇ ਦੇ ਤੌਰ ਤੇ ਫਿਰ ਉਹਨੂੰ ਡਾਇਵਰਟ ਕਰਕੇ ਇੱਧਰ ਲਿਆਉਂਦੇ ਹੋ। ਇਸੇ ਲਈ ਜਿਵੇਂ ਮੈਂ ਪਹਿਲਾਂ ਕਿਹਾ ਨਾ ਕਿ ਤੁਸੀਂ ਕਾਹਦੇ ਤੇ ਫੋਕਸ ਕਰਤਾ, ਬਿਲਕੁਲ ਚੀਫ ਮਿਨਿਸਟਰ ਦਾ ਕੈਂਡੀਡੇਟ ਕੌਣ ਹੋਏਗਾ, ਚਿਹਰੇ ਤੇ ਫੋਕਸ ਹੋ ਗਿਆ। ਫਿਰ ਇਹ ਹੋ ਜਾਏਗਾ ਕਿ ਕਿਹੜੇ ਵਰਗ ਚੋਂ ਹੋਏਗਾ। ਔਰ ਇਹ ਜਿਹੜਾ ਦਲਿਤ ਚੀਫ ਮਿਨਿਸਟਰ ਦਾ ਸਵਾਲ ਇਹ ਪਹਿਲੀ ਵਾਰ ਵੱਡੇ ਪੱਧਰ ਤੇ ਉੱਭਰਿਆ, ਇਹ ਇਸ ਕਰਕੇ ਉੱਭਰਿਆ, ਇਹ ਕਿਸਾਨ ਅੰਦੋਲਨ ਕਰਕੇ ਉੱਭਰਿਆ ਬਹੁਤ ਵੱਡੇ ਪੱਧਰ ਦੇ ਉੱਤੇ। ਇਹ ਉਦੋਂ ਤੋਂ ਉਭਾਰਨਾ ਸ਼ੁਰੂ ਕਰਤਾ ਸੀ। ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਅੰਦੋਲਨ ਦੌਰਾਨ ਕਿਸਾਨੀ ਜਾਗਰੂਕ ਹੋ ਰਹੀ ਹੈ, ਉਹਦੇ ਨਾਂ ਤੇ ਸ਼ਾਇਦ ਉਹਨੀਆਂ ਵੋਟਾਂ ਨਾ ਮੰਗੀਆਂ ਜਾ ਸਕਣ। ਉਹਦੇ ਕੋਲ ਜਾਵਾਂਗੇ, ਉਹ ਸਵਾਲ ਕਰੂਗੀ ਤੇ ਸਵਾਲਾਂ ਦਾ ਜਵਾਬ ਸਾਡੇ ਕੋਲ ਹੈ ਨਹੀਂ, ਤਾਂ ਕਿਉਂ ਨਾ ਫਿਰ ਇੱਕ ਐਡਾ ਵੱਡਾ ਫੈਕਟਰ ਲੱਭਿਆ ਜਾਏ ਜਿਹੜੇ ਫੈਕਟਰ ਦੇ ਨਾਂ ਤੇ ਵੋਟ ਮਿਲ ਜੇ। ਉਦੋਂ ਤੋਂ ਲੈ ਕੇ ਬੀਜੇਪੀ ਨੇ ਸਟਾਰਟ ਕੀਤਾ ਕਿ ਸਾਡਾ ਚੀਫ ਮਿਨਿਸਟਰ ਦਲਿਤ ਹੋ ਸਕਦਾ ਹੈ ਪਹਿਲਾਂ। ਉਹਦੇ ਤੋਂ ਆ ਕੇ ਫਿਰ ਸੁਖਬੀਰ ਉਹਨਾਂ ਨੇ ਕੀਤਾ ਕਿ ਮੈਂ ਬੀਐਸਪੀ ਨਾਲ ਸਮਝੌਤਾ ਕਰ ਲੈਣਾ, ਤੇ ਉਦੋਂ ਬਾਅਦ ਆ ਕੇ ਫਿਰ ਕਾਂਗਰਸ ਨੇ ਕੀਤਾ ਇੱਕ ਮਾਸਟਰ, ਕਹਿੰਦੇ ਨੇ ਮਾਸਟਰ ਸਟ੍ਰੋਕ ਮਾਰਿਆ ਸੀ। ਉਹਨਾਂ ਨੇ ਆ ਕੇ ਕਹਿਤਾ ਵੀ ਆਪਾਂ ਅਮਰਿੰਦਰ ਸਿੰਘ ਬਦਲ ਲਿਆ ਤਾਂ ਆਪਾਂ ਇੱਕ ਦਲਿਤ ਚੀਫ ਮਿਨਿਸਟਰ ਲੈ ਆਉਂਦੇ ਆ। ਇਹ ਬਾਈ ਡਿਫਾਲਟ ਸਾਰੇ ਉਸ ਲੈਵਲ ਦੀਆਂ ਚੀਜ਼ਾਂ ਅਸੀਂ ਕਰਨ ਜਾ ਰਹੇ ਹਾਂ। ਪਰ ਸਵਾਲ ਇਹ ਹੈ ਫਿਰ ਵੀ ਜੇ ਦਲਿਤ ਵੀ ਬਣਦਾ ਕੋਈ ਤਾਂ ਦਲਿਤਾਂ ਦੀ ਹਾਲਤ ਕੀ ਹੈ, ਇਹ ਡਿਬੇਟ ਹੋ ਰਹੀ ਹੈ। ਦਲਿਤਾਂ ਦੇ ਮੁੱਦੇ ਕੀ ਨੇ, ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਜਿਹੜੇ 75 ਸਾਲ ਤੋਂ ਨਹੀਂ ਰਹੇ। ਦਲਿਤਾਂ ਦੇ ਮਾਮਲੇ ਦੇ ਵਿੱਚ ਵੀ ਹੋਣਾ ਚਾਹੀਦਾ ਅਸ਼ੂਤ ਦੇ ਤੌਰ ਤੇ। ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਦਲਿਤਾਂ ਦਾ ਹੀ ਅਸੀਂ ਬਹੁਤ ਕੁਝ ਕਰ ਰਹੇ ਹਾਂ, ਤਾਂ ਜਿਹੜੇ ਕਾਨੂੰਨ ਬਣੇ ਵੀ ਹੋਏ ਨੇ, ਮਤਲਬ ਤੀਜੇ ਹਿੱਸੇ ਦੀ ਸ਼ਾਮਲਾਟ ਲੈਣ ਦਾ ਮਾਮਲਾ ਹੈ, ਉਹ ਕਾਨੂੰਨੀ 1961 ਤੋਂ ਲੈ ਕੇ ਚੱਲ ਰਿਹਾ ਹੈ, ਉਹ ਵੀ ਨਹੀਂ ਮਿਲ ਰਿਹਾ, ਉਹ ਠੇਕੇ ਤੇ ਵੀ ਨਹੀਂ ਮਿਲ ਰਹੀ। ਤੁਹਾਡੀ ਸਰਕਾਰ ਵੀ ਨਹੀਂ, ਸਭ ਦੀ ਸਰਕਾਰ ਹੈ। ਕੋਈ ਵੀ ਪਾਰਟੀ ਇਸ ਏਜੰਡੇ ਤੇ ਚਰਚਾ ਕਰ ਰਹੀ ਹੈ ਕਿ ਜੇ ਤੁਸੀਂ ਆ ਗਏ ਤਾਂ ਤੁਸੀਂ ਕੀ ਕਰੋਗੇ। ਬਿਲਕੁਲ ਫਾਈਨਾਂਸ ਕੰਪਨੀਆਂ ਦੀ ਲੁੱਟ ਦੇ ਵਿੱਚ ਦਲਿਤਾਂ ਦਾ, ਪਰਿਵਾਰਾਂ ਦਾ, ਖਾਸ ਤੌਰ ਤੇ ਔਰਤਾਂ ਦਾ ਬਲ ਬਿੰਨਿਆ ਪਿਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ। ਤੁਸੀਂ ਉਹ ਕਰਜ਼ੇ ਬਾਰੇ ਕੋਈ ਗੱਲ ਕਰ ਰਹੇ ਹੋ, ਤੁਸੀਂ ਉਸ ਨੂੰ ਸੁਧਾਰੋਗੇ ਵੀ ਭਾਈ ਇਹ ਚੀਜ਼ ਇਸ ਤਰੀਕੇ ਦੀ ਹੋ ਸਕਦੀ ਹੈ। ਬਿਲਕੁਲ ਤੇ ਜੇ ਪੰਜਾਬ ਦੇ ਵਿੱਚ ਮਾਹੌਲ ਹੈ ਔਰਤਾਂ ਦੇ ਮਾਮਲੇ 'ਚ ਤੇ ਦਲਿਤਾਂ ਦੇ ਮਾਮਲੇ 'ਚ ਰਿਜ਼ਰਵੇਸ਼ਨ ਦੇ ਆਧਾਰ ਤੇ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ ਤੇ ਐਮਸੀ ਚੁਣੇ ਜਾਂਦੇ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚੋਂ ਚੁਣੇ ਨੁਮਾਇੰਦੇ ਆਪ ਆਪਣੀ ਨੁਮਾਇੰਦਗੀ ਨਹੀਂ ਕਰ ਸਕਦੇ। ਜੇ ਮਾਹੌਲ ਉਹ ਨਹੀਂ ਹੈ ਤਾਂ ਉਹ ਮਾਹੌਲ ਕੌਣ ਬਣਾਏਗਾ, ਕਿਵੇਂ ਬਣੂ? ਤੁਸੀਂ ਬਣਾ ਸਕਦੇ ਹੋ? ਤੁਸੀਂ ਇਹ ਚੀਜ਼ਾਂ ਤੇ ਡਿਬੇਟ ਕਰੋਗੇ। ਤੇ ਜੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੇ ਜੇ ਤੁਸੀਂ ਕੱਲਾ ਦਲਿਤਾਂ ਦਾ ਵੀ ਕਹਿੰਦੇ ਹੋ, ਕੱਲਾ ਸੰਕੇਤਕ ਤਰੀਕੇ ਨਾਲ ਨਹੀਂ ਕੰਮ ਚੱਲਣਾ। ਇਹ ਠੀਕ ਹੈ ਕਿ ਉਹ ਵੋਟ ਭਾਵਕ ਤੌਰ ਤੇ ਜਜ਼ਬਾਤੀ ਤੌਰ ਤੇ ਕਰਕੇ ਲੈ ਲਈ ਜਾਂਦੀ ਹੈ। ਪਹਿਲਾਂ ਵੀ ਆਪਾਂ ਬਾਰ-ਬਾਰ ਗੱਲ ਕੀਤੀ ਕਿ ਜੇ ਜੱਟ ਸਿੱਖ ਹੀ ਬਣੇ, ਮੰਨ ਲਓ ਅੱਜ ਤੱਕ ਜੱਟ ਸਿੱਖ ਬਣਦਾ ਰਿਹਾ ਹੈ। 1966 ਤੋਂ ਬਾਅਦ ਗਿਆਨੀ ਜੈਲ ਸਿੰਘ ਇੱਕ ਅਪਵਾਦ ਹੈ, ਸਿੱਖ ਤਾਂ ਉਹ ਵੀ ਸੀ, ਉਹ ਜੱਟ ਨਹੀਂ ਸੀ। ਤਾਂ ਜੱਟਾਂ ਦਾ ਹਾਲ ਕੀ ਹੋ ਗਿਆ? ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ? ਹੁਣ ਤੱਕ 20,000 ਬੰਦਾ ਖੁਦਕੁਸ਼ੀ ਕਰ ਗਿਆ ਪੰਜਾਬ 'ਚ, ਜਿਹ 'ਚ ਦਲਿਤ ਵੀ ਹੈ ਤੇ ਜਿਹਦੇ 'ਚ ਕਿਸਾਨ ਵੀ ਹੈ। ਇਸੇ ਕਰਕੇ ਖੇਤੀ ਦਾ ਧੰਦਾ ਮਰ ਰਿਹਾ, ਪੇਂਡੂ ਅਰਥ ਵਿਵਸਥਾ ਮਰ ਰਹੀ ਹੈ। ਉਹਦੇ ਬਾਰੇ ਗੱਲ ਕੌਣ ਕਰੇਗਾ? ਉਹ ਸਾਰੇ ਲੋਕਾਂ ਲਈ ਕੌਣ ਏਜੰਡੇ ਤੇ ਡਿਸਕਸ ਕਰੇਗਾ? ਬਿਲਕੁਲ। ਤੇ ਲੋਕਾਂ ਨੂੰ ਪਾਵਰ ਤੁਸੀਂ ਦੇ ਨਹੀਂ ਰਹੇ। ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੇ 28 ਸਾਲ ਦੇ ਉੱਤੋਂ ਤੁਹਾਨੂੰ ਇੱਕ ਹੱਕ ਮਿਲਿਆ ਹੋਇਆ ਕਿ ਜੋ ਵੀ ਫੈਸਲਾ ਪਿੰਡ 'ਚ ਹੋਊਗਾ ਉਹ ਇਹ ਬਾਡੀ ਕਰੇਗੀ, ਇਹ ਸੰਸਥਾ ਕਰੂਗੀ। ਇੱਕ ਵੀ ਪਾਰਟੀ ਕੋਈ ਇਹ ਕਹਿ ਰਹੀ ਹੈ ਕਿ ਅਸੀਂ ਹੁਣ ਫੈਸਲੇ ਲੋਕਾਂ ਦੀ ਸੱਥ 'ਚ ਕਰਿਆ ਕਰਾਂਗੇ? ਇਹ ਤਾਂ ਸਾਡੇ ਸੱਭਿਆਚਾਰ ਦਾ ਵੀ ਹਿੱਸਾ ਹੈ। ਗੁਰੂ ਦੇ ਤੌਰ ਤੇ ਵੀ ਗੁਰੂ ਨੇ ਕਿਹਾ ਕਿ ਸਾਡਾ ਸੱਭਿਆਚਾਰ, ਸੰਗਤ ਨੂੰ ਗੁਰੂ ਨਾਲੋਂ ਵੀ ਵੱਡਾ ਰੁਤਬਾ ਦਿੱਤਾ ਗਿਆ। ਜਾਗਰੂਕ ਸੰਗਤ ਹੋਣੀ ਚਾਹੀਦੀ ਹੈ। ਪਰ ਬਿਲਕੁਲ ਜਾਗਰੂਕ ਸੰਗਤ ਕਿਵੇਂ ਹੋਏਗੀ? ਜੇ ਸੰਗਤ ਦੇ ਰੂਪ 'ਚ ਬਿਠਾਉਣਾ ਸ਼ੁਰੂ ਕਰਾਂਗੇ। ਟੋਟਲ ਗ੍ਰਾਮ ਸਭਾ ਪਿੰਡ ਸੰਗਤ ਦਾ ਰੂਪ ਹੈ। ਦਲਿਤ ਵੀ ਉਹਦੇ ਚਾਹੁੰਦੇ ਨੇ, ਜੇ ਦਲਿਤ ਮੈਜੋਰਟੀ ਦੇ ਵਿੱਚ ਨੇ, ਸਗੋਂ ਬੈਠ ਕੇ ਉੱਥੇ ਆਪਣੇ ਫੈਸਲੇ ਆਪ ਕਰਵਾ ਸਕਦੇ ਨੇ। ਤਾਂ ਕਿਉਂ ਨਹੀਂ ਕਰਦੀਆਂ ਜੀ ਪਾਰਟੀਆਂ? ਹਰ ਪਾਰਟੀ ਦੇ ਸਰਪੰਚ ਪੰਚ ਤਾਂ ਹੋਣਗੇ, ਕਿਸੇ ਦੇ ਘੱਟ ਕਿਸੇ ਦੇ ਵੱਧ। ਬਿਲਕੁਲ ਕੋਈ ਪਾਰਟੀ ਦੱਸੇ। ਆਮ ਆਦਮੀ ਪਾਰਟੀ ਨੇ ਕਿੰਨੇ ਗ੍ਰਾਮ ਸਭਾ ਦੇ ਇਜਲਾਸ ਕਰਾਏ, ਉੱਥੇ ਫੈਸਲੇ ਕਰਨ ਲੱਗੀ। ਬੀਜੇਪੀ ਕੀ ਕਰਦੀ ਹੈ, ਕਾਂਗਰਸ ਕੀ ਕਰਦੀ ਹੈ, ਬਾਕੀ ਦੇ ਅਕਾਲੀ ਦਲ ਨੇ ਕੀ ਕੀਤਾ ਹੁਣ ਤੱਕ?
ਉਹ ਆਪਦਾ ਲੇਖਾ ਜੋਖਾ ਦੇਵੇ ਨਾ ਵੀ ਕਾਨੂੰਨ ਲਾਗੂ ਅਸੀਂ ਐਂ ਕਰਦੇ ਹੁੰਦੇ ਆ। ਬਿਲਕੁਲ ਜੇ ਉਹ ਪਹਿਲਾਂ ਹੀ ਲੋਕਾਂ ਨੂੰ ਤਾਕਤ ਦੇਣ ਵਾਲੇ ਕਾਨੂੰਨਾਂ ਨਾਲ ਤੁਸੀਂ ਫਰਾਡ ਕਰ ਰਹੇ ਹੋ ਤਾਂ ਅੱਗੇ ਕੀ ਗਾਰੰਟੀ ਹੈ ਕਿ ਅੱਗੇ ਤੁਸੀਂ ਫਰਾਡ ਨਹੀਂ ਕਰੋਗੇ। ਇਹ ਸਵਾਲ ਨੇ ਜਿਹੜੇ ਸਵਾਲ ਕਿਸੇ ਵੀ ਚੀਫ ਮਿਨਿਸਟਰ ਦਾ ਕੈਂਡੀਡੇਟ, ਐਮਐਲਏ ਦਾ ਕੈਂਡੀਡੇਟ, ਪ੍ਰਧਾਨ ਜਾਂ ਲੋਕਾਂ ਦੇ ਕਰਿੰਦੇ ਦੇ ਤੌਰ ਤੇ ਉਹਨਾਂ ਪਾਰਟੀਆਂ ਨੂੰ ਵੋਟ ਮੰਗਣ ਦੇ ਲਈ ਜਾਂਦੇ ਲੋਕਾਂ ਦੇ ਸਾਹਮਣੇ ਪੇਸ਼ ਹੋਣੇ ਚਾਹੀਦੇ ਨੇ। ਜਿੰਨੇ ਜ਼ਿਆਦਾ ਸਵਾਲ ਹੋਣਗੇ ਉਨਾ ਜ਼ਿਆਦਾ ਜਮਹੂਰੀਅਤ ਪੱਕੇ ਪੈਰੀ ਹੋਏਗੀ, ਉਨਾ ਜ਼ਿਆਦਾ ਅੱਗੇ ਨੂੰ ਏਜੰਡਿਆਂ ਤੇ ਗੱਲ ਆਏਗੀ। ਜੇ ਲੋਕਾਂ ਚੋਂ ਸਵਾਲ ਹੋਣੇ ਬੰਦ ਹੋ ਗਏ ਤਾਂ ਉੱਪਰੋਂ ਏਜੰਡਿਆਂ ਦੀ ਗੱਲ ਕੱਲੀ ਨਹੀਂ ਚੱਲਣੀ ਕਿਸੇ ਵੀ ਰੂਪ ਦੇ ਵਿੱਚ। ਇਸ ਲਈ ਲੋਕਾਂ ਦੀ ਜਾਗਰੂਕਤਾ, ਲੋਕਾਂ ਤੱਕ ਜਾਣਾ, ਉਹਨਾਂ ਦੀ ਸੋਝੀ ਵਧਾਉਣਾ, ਉਹਨਾਂ ਦੇ ਨਾਲ ਖੜਨਾ ਅੰਦੋਲਨਾਂ ਦੇ ਵਿੱਚ ਜਾ ਕੇ, ਇਹ ਬਹੁਤ ਜ਼ਰੂਰੀ ਹੈ। ਉਹਦੇ ਨਾਲ ਜੁੜ ਕੇ ਹੀ ਇਹ ਚੀਜ਼ਾਂ ਹੱਲ ਹੋਣਗੀਆਂ, ਨਹੀਂ ਤਾਂ ਉਹ 10 ਦਿਨ ਰਹਿ ਗਏ ਹੁਣ ਇਸੇ ਗੱਲ ਤੇ ਹੋ ਜਾਣੀਆਂ ਚੋਣ। ਬਿਲਕੁਲ ਦਲਿਤ ਬਨਾਮ ਜਨਰਲ ਹੋ ਜਾਊਗੀ, ਧਾਰਮਿਕ ਤੌਰ ਤੇ ਉਧਰ ਹੋ ਜਾਏਗੀ, ਕੌਣ ਚੰਗਾ ਕੌਣ ਮਾੜਾ ਤਾਂ ਹੋ ਜਾਏਗੀ, ਮੇਰੇ ਨਾਲੋਂ ਵੀ ਵੱਧ ਉਹ ਕਰਪਟ ਹੈ, ਮੈਂ ਦੂਜੇ ਨਾਲੋਂ ਚੰਗਾ। ਗੱਲ ਤਾਂ ਇੱਥੇ ਹੀ ਹੋ ਗਿਆ ਵਰਤਾਂਤ। ਪਰ ਅਜੇ ਵੀ ਇਹ ਦਿਨਾਂ ਦੇ ਵਿੱਚ ਵੀ ਇੱਕ ਜੇ ਮੁਹਿੰਮ ਫੀਲਡ ਦੇ ਵਿੱਚ ਪੈਂਦੀ ਹੈ ਜਿਹੜੀ ਸਾਰਿਆਂ ਤੋਂ ਹਟ ਕੇ ਸਭ ਨੂੰ ਸਵਾਲ ਕਰੇ, ਬਿਲਕੁਲ ਉਹ ਲੋਕਾਂ ਦੇ ਪੱਖ ਦੀ ਹੋਏਗੀ, ਉਹ ਪੰਜਾਬ ਦੇ ਪੱਖ ਦੀ ਹੋਏਗੀ। ਸਵਾਲ ਕਰਨਾ ਅੱਜ ਪੰਜਾਬ ਦੇ ਪੱਖ 'ਚ ਸਭ ਤੋਂ ਵੱਡਾ ਹਥਿਆਰ ਹੈ। ਔਰ ਜੇ ਉਹ ਹੋਣਾ ਹੋਏਗਾ, ਜਿਹੜਾ ਵੀ ਕਹਿੰਦਾ ਮੈਂ ਪੰਜਾਬ ਦੇ ਪੱਖ 'ਚ ਆ, ਉਹ ਸਭ ਲੀਡਰਾਂ ਨੂੰ ਆ ਕੇ ਸਵਾਲ ਕਰੇ ਤੇ ਉਹ ਜੋ ਵੀ ਮਰਜ਼ੀ ਜਵਾਬ ਦੇ ਦੇ, ਜਿਹਨੂੰ ਮਰਜ਼ੀ ਵੋਟ ਪਾਏ ਨਾ ਪਾਏ, ਉਦੋਂ ਬਾਅਦ ਦੇ ਕੁਐਸਚਨ ਨੇ। ਪਹਿਲਾ ਸਵਾਲ ਵੋਟ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ। ਉਹ ਇਸੇ ਕਰਕੇ ਰੱਖਿਆ ਗਿਆ 48 ਘੰਟੇ ਪਹਿਲਾਂ ਕਿ ਹੁਣ ਤੁਸੀਂ ਸਾਰਿਆਂ ਦਾ ਪ੍ਰਚਾਰ ਸੁਣ ਲਿਆ, ਤੁਸੀਂ ਆਪਣੇ ਸਵਾਲ ਵੀ ਕਰ ਲਏ, ਹੁਣ ਆਰਾਮ ਨਾਲ ਸੋਚ ਲਓ ਵੋਟ ਕਿਹਨੂੰ ਪਾਉਣੀ ਹੈ। ਇਸ ਲਈ 48 ਘੰਟੇ 'ਚ ਸੋਚ ਲਿਓ ਬਾਅਦ 'ਚ ਵੋਟ ਕਿਹਨੂੰ ਪਾਉਣੀ ਹੈ। ਅਜੇ ਇਹ ਤੋਂ ਪਹਿਲਾਂ ਇਹ ਸਵਾਲ ਜਵਾਬ ਦਾ ਦੌਰ ਸਟਾਰਟ ਕਰ ਦਿਓ। ਤੇ ਜੇ ਇਹ ਕਰ ਦੋਗੇ, ਆਹ ਸਵਾਲ ਵੀ ਪੁੱਛੇ ਜਾਣੇ ਚਾਹੀਦੇ ਨੇ ਕਿ ਜੇ ਜੱਟ ਚੀਫ ਮਿਨਿਸਟਰ ਦੇ ਬਾਵਜੂਦ ਜੱਟ ਖੁਦਕੁਸ਼ੀ ਕਰਦਾ ਹੈ, ਜੇ ਦਲਿਤਾਂ ਦੇ ਸਵਾਲ ਦੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ, ਜੇਕਰ ਕਿਤੇ ਬਣਦੇ ਵੀ ਨੇ, ਤੇ ਉਹ ਸਾਰਿਆਂ ਨੇ ਕੀ ਫਾਇਦਾ ਕੀਤਾ, ਤੇ ਜੇ ਫਾਇਦਾ ਅੱਜ ਕਿਵੇਂ ਕਰਨਗੇ ਔਰ ਕਿਹੜੀ ਉਹ ਗਿੱਦੜ ਸਿੰਘੀ ਹੈ, ਉਹ ਤਾਂ ਕਾਨੂੰਨ ਤੇ ਪਾਲਿਸੀ ਨਾਲ ਬਦਲਣਾ। ਚਿਹਰਿਆਂ ਦੇ ਨਾਲ ਸਿਆਸਤ ਨਹੀਂ ਬਦਲਣੀ। ਸਿਆਸਤ ਏਜੰਡੇ ਨੇ, ਵਿਚਾਰਧਾਰਾ ਨੇ ਤੇ ਸਵਾਲਾਂ ਨੇ ਬਦਲਣੀ ਹੈ। ਇਦੋਂ ਬਿਨਾਂ ਨਹੀਂ ਤਾਂ ਫਿਰ ਹੋਰ ਤਰੀਕਾ ਜਿਹੜਾ ਚੱਲ ਰਿਹਾ ਉਹ ਸਭ ਦੇ ਸਾਹਮਣੇ। ਜੀ ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਚਰਚਾ ਜਿਹੜੀ ਮੁੱਦਿਆਂ ਦੇ ਉੱਤੇ ਲਗਾਤਾਰ ਰਹਿਣੀ ਚਾਹੀਦੀ ਹੈ ਤੇ ਅਸੀਂ ਉਸੇ ਨੂੰ ਅੱਗੇ ਵਧਾ ਰਹੇ ਹਾਂ। ਲੋਕਾਂ ਨੂੰ ਸਮਾਂ ਕੱਢਣਾ ਚਾਹੀਦਾ, ਸੁਣਨ, ਸੋਚਣ, ਸਮਝਣ, ਪੜ੍ਹਨ ਵੀ। ਅਖਬਾਰਾਂ ਦੇ ਵਿੱਚ ਆਰਟੀਕਲਸ ਆਉਂਦੇ ਨੇ, ਉਹਨਾਂ ਨੂੰ ਵੀ ਪੜ੍ਹਨ, ਉੱਥੋਂ ਵੀ ਬਹੁਤ ਕੁਝ ਇਹੋ ਜਿਹਾ ਸਿੱਖਣ ਨੂੰ ਮਿਲ ਜਾਂਦਾ ਜਿਹਦੇ ਨਾਲ ਤੁਸੀਂ ਵੀ ਸਵਾਲ ਕਰ ਸਕਦੇ ਹੋ ਆਪਣੇ ਲੀਡਰਾਂ ਨੂੰ, ਬਜਾਏ ਇਸਦੇ ਕਿ ਜੇਕਰ ਤੁਸੀਂ ਜੇ ਪੰਚਾਇਤਾਂ ਦੀ ਤਾਕਤ ਦੀ ਗੱਲ ਕਰਦੇ ਹੋ ਤੇ ਜੇ ਸ਼ਰਾਬਾਂ ਤੇ ਪੰਚਾਇਤਾਂ ਚੁਣਨੀਆਂ ਨੇ ਤੇ ਫਿਰ ਉਹੋ ਜਿਹੇ ਸਿੱਟੇ ਨਿਕਲਣਗੇ, ਉਹੋ ਜਿਹੀ ਸਿਆਸਤਦਾਨ ਨਿਕਲਣਗੇ ਤੇ ਉਹੋ ਜਿਹੇ ਪੰਜਾਬ ਦਾ ਭਵਿੱਖ ਹੋਏਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।